ਲੋਕ ਸੁਣਿਓ ਸਭ ਦਰਸ਼ਨ ਪਾਇਓ, ਸੰਗਤ ਪਾਰ ਉਤਾਰਨ ਕੋ। ਗੁਰੂ ਨਾਨਕ ਸਾਹਿਬ ਪੰਥ ਚਲਾਇਓ, ਵਾਹਿਗੁਰੂ ਗੁਰ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਾਗੇ ਆਇਓ। ਹਮ ਮੈਲੇ ਤੁਮ ਊਜਲ ਕਰਤੇ, ਹਮ ਨਿਰਗੁਣ ਤੂ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂ ਐਸਾ, ਹਮ ਪਾਪੀ ਤੁਮ ਪਾਪ ਖੰਡਨ। ਨੀਕੋ ਠਾਕੁਰ ਦੇਸਾ, ਤੁਮ ਸਭ ਸਾਜ ਸਾਜੇ ਸਾਜ ਨਿਵਾਜੇ। ਜਿਉ ਪਿੰਡ ਦੇ ਪ੍ਰਾਨਾ, ਨਿਰਗੁਣ ਆਰੇ ਗੁਣ ਨਹੀਂ ਕੋਈ। ਤੁਮ ਦਾਨ ਦੇਹੋ ਮਿਹਰਵਾਨਾ, ਤੁਮ ਕਰਹੁ ਭਲਾ ਹਮ ਭਲੋ ਨਾ ਜਾਣਹਿ। ਤੁਮ ਸਦਾ ਸਦਾ ਦਇਆਲਾ, ਤੁਮ ਸੁਖਦਾਈ ਪੁਰਖ ਵਿਧਾਤੇ। ਤੁਮ ਰਾਖੋ ਆਪਣੇ ਬਾਲਾ, ਸਰਨ ਨਾਥ ਤੋਰੀ ਸਰਣ ਜੋਗ ਸਰਣੰ। ਪ੍ਰਭੂ ਦਰਸ ਪਾਏ ਮਿਟੇ ਜਨਮ ਮਰਣੰ। ਮਮ ਪਾਹ ਤਵੈ ਸਰਣ ਆਏ, ਵੱਡੇ ਭਾਗ ਮੇਰੇ ਪ੍ਰਭੂ ਦਰਸ ਪਾਏ। ਗੁਰੂ ਬਚਨ ਪਾਲਿਓ ਨਹੀਂ, ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ, ਲਾਜ ਤੋਹੇ ਨਿਰੰਕਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜਿਹੇ ਸਿਮਰਤ ਗਨਕਾਸੀ ਉਦਰੀ। ਤਾਕੋ ਜਸ ਉਰ ਧਾਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਦੀ ਬੇਅੰਤ ਅਤਿਅੰਤ ਕਿਰਪਾਲਤਾ ਦੇ ਸਦਕਾ ਆਪ ਸਰਬੱਤ ਸੰਗਤਾਂ ਹਜੂਰ ਦੀ ਅਨੂਪ ਗੋਦ ਦਾ ਆਨੰਦ ਮਾਣ ਰਹੇ ਹੋ। ਜਿਸ ਤਰ੍ਹਾਂ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਹਜੂਰ ਦੀ ਕਿਰਪਾ ਦੇ ਨਾਲ ਹਜੂਰ ਦੀ ਅੰਮ੍ਰਿਤ ਗੁਰਬਾਣੀ ਦੀ ਕਥਾ ਆਰੰਭ ਹੋਈ ਸੀ ਅਤੇ ਖਾਲਸਾ ਜੀ ਅੱਜ ਸੋਰਠ ਰਾਗ ਦੇ ਚੌਥੇ ਜੋ ਸ਼ਬਦ ਦੀ ਕਥਾ ਜੋ ਹਜੂਰ ਦੀ ਕਿਰਪਾ ਨਾਲ ਹੋਵੇਗੀ। ਜਿਸ ਤਰ੍ਹਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਤੇਗ ਬਹਾਦਰ ਪਰਮ ਕਿਰਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਜਿਸ ਤਰ੍ਹਾਂ ਕਿਰਪਾਲੂ ਪਿਤਾ ਜੀ ਅਨੇਕਾਂ ਹੀ ਸੰਗਤਾਂ ਨੂੰ ਤਾਰਦੇ ਹੋਏ ਜਿਸ ਤਰ੍ਹਾਂ ਹਜੂਰ ਦੇ ਬਚਨ ਆਉਂਦੇ ਹਨ। ਮੁਰ ਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਜਬ ਹੀ ਜਾਤ ਤਰਬੇਣੀ ਭਏ, ਪੁੰਨ ਦਾਨ ਦਿਨ ਕਰਤ ਬਤਏ। ਜਿਸ ਸਮੇਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਪੂਰਬ ਦੀ ਦਿਸ਼ ਨੂੰ ਹਜੂਰ ਨੇ ਪਿਆਨਾ ਕੀਤਾ
ਤਾਂ ਰਸਤੇ ਦੇ ਵਿੱਚ ਅਨੇਕਾਂ ਹੀ ਗੁਰਸਿੱਖਾਂ ਨੂੰ ਤਾਰਦੇ ਹੋਏ ਹਜੂਰਾਂ ਨੇ ਕਈ ਪਿੰਡ ਵਿੱਚ ਹਜੂਰ ਨੇ ਖੂਹ ਲਵਾਏ, ਬਾਗ ਲਵਾਏ, ਇਤਿਆਦਿਕ ਕਈਆਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ ਅਤੇ ਖਾਲਸਾ ਜੀ ਇੱਥੋਂ ਤਿੱਕਰ ਕਿ ਜੰਗਲ ਦੇ ਜਾਨਵਰ ਸ਼ੇਰ ਆਦਿਕ ਹਜੂਰ ਦੇ ਦਰਸ਼ਨ ਕਰਕੇ ਨਿਹਾਲ ਹੁੰਦੇ ਰਹੇ। ਜ਼ਿਕਰ ਆਉਂਦਾ ਹੈ ਕਿ ਹਜੂਰ ਦੇ ਜਿਸ ਸਮੇਂ ਖਾਲਸਾ ਜੀ ਜਿਨ੍ਹਾਂ ਨੇ ਬਚਨ ਨਾ ਸੀ ਮੰਨੇ ਉਹਨਾਂ ਦਾ ਤਾਂ ਖਾਲਸਾ ਜੀ ਭਾਵ ਨਾਸ਼ ਹੀ ਹੋ ਗਿਆ ਅਤੇ ਖਾਲਸਾ ਜੀ ਬੇਅੰਤ ਜ਼ਿਕਰ ਆਉਂਦੇ ਹਨ ਹਜੂਰ ਦੇ ਇਤਿਹਾਸ ਵਿੱਚ। ਇੱਕ ਵਾਰ ਜਦੋਂ ਹਜੂਰ ਦੇ ਘੋੜਿਆਂ ਤੇ ਕਿਸੇ ਨੇ ਅੱਖ ਰੱਖੀ ਚੋਰਾਂ ਨੇ, ਕੀ ਦੇਖਦੇ ਹਨ? ਜਦੋਂ ਉਹ ਘੋੜੇ ਖੋਲ ਕੇ ਹਜੂਰ ਤੋਂ ਪਰਾਂ ਵੱਲ ਜਾਂਦੇ ਹਨ ਅੰਨੇ ਹੋ ਜਾਂਦੇ ਹਨ, ਫਿਰ ਜਦੋਂ ਵਾਪਸ ਮੁੜਦੇ ਹਨ ਤਾਂ ਉਹਨਾਂ ਨੂੰ ਦਿਖਣ ਲੱਗ ਜਾਂਦਾ ਹੈ। ਇਸੇ ਤਰ੍ਹਾਂ ਰਾਤ ਸਾਰੀ ਉੱਥੇ ਹੀ ਬੈਠੇ ਰਹੇ। ਅੰਮ੍ਰਿਤ ਵੇਲੇ ਆ ਕੇ ਹਜੂਰ ਦੇ ਚਰਨਾਂ ਵਿੱਚ ਪੈ ਗਏ। ਇਸ ਤੋਂ ਉਪਰੰਤ ਜਿੱਦਾਂ ਹਜੂਰ ਜਾਂਦੇ ਹਨ ਤੇ ਤ੍ਰਿਵੇਣੀ ਵਾਲੇ ਅਸਥਾਨ ਤੇ ਜਿੱਥੇ ਬੜੇ ਹੀ ਭਾਰਤ ਵੰਸ਼ ਦੀ ਧਰਤੀ ਤੋਂ ਤਰ੍ਹਾਂ ਤਰ੍ਹਾਂ ਦੇ ਮਤਾਂ ਦੇ ਸਾਧੂ ਮਹਾਤਮਾ ਜੋਗੀ ਪੁਰਸ਼ ਆਦਿਕ ਜਿੱਥੇ ਬੈਠਦੇ ਹਨ, ਹਜੂਰ ਨੇ ਉੱਥੇ ਜਾ ਕੇ ਬੜਾ ਪੁੰਨ ਦਾਨ ਕੀਤਾ, ਜੋ ਬਾਜਾਂ ਵਾਲੇ ਪਿਤਾ ਜੀ ਸ੍ਰੀ ਦਸਮ ਗ੍ਰੰਥ ਵਿੱਚ ਲਿਖਦੇ ਹਨ, ਪੁੰਨ ਦਾਨ ਦਿਨ ਕਰਤ ਬਿਤਾਏ। ਅਤੇ ਹਜੂਰ ਨੇ ਖਾਲਸਾ ਜੀ ਜਿੱਥੇ ਦੁਨਿਆਵੀ ਧਨ ਦਾ ਹਜੂਰ ਨੇ ਦਾਨ ਕੀਤਾ, ਉੱਥੇ ਹੀ ਖਾਲਸਾ ਜੀ ਨਾਮ ਧਨ ਦੀ ਵੀ ਹਜੂਰ ਨੇ ਵਰਖਾ ਕਰ ਦਿੱਤੀ। ਜਿਸ ਤਰ੍ਹਾਂ ਆਪ ਨਿਤਾ ਪ੍ਰਤੀ ਹਜੂਰ ਦੇ ਸੋਰਠ ਰਾਗ ਵਿੱਚ ਸ਼ਬਦ ਸਰਵਣ ਕਰਦੇ ਹੋ, ਹਜੂਰ ਦੇ ਪਾਸ ਖਾਲਸਾ ਜੀ ਜੋ ਮਨ ਨੂੰ ਭਾਵ ਵਸ ਕਰਨ ਦੇ ਰਸਤੇ ਵਿੱਚ ਤੁਰੇ ਹੋਏ ਹਨ, ਸਾਧ ਨਾਮ ਮਨ ਕੀ ਇਕਾਗਰਤਾ ਕੋ ਬਖਾਨੀ ਹੈ, ਭਾਵ ਜੋ ਮਨ ਨੂੰ ਸਾਧਣ ਦੇ ਰਸਤੇ ਤੇ ਤੁਰੇ ਹੋਏ ਹਨ, ਹਜੂਰ ਉਹਨਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕਰਦੇ ਹਨ। ਅੱਜ ਹਜੂਰ ਜਿਸ ਤਰ੍ਹਾਂ ਦੱਸ ਰਹੇ ਹਨ ਸ਼ਬਦ ਵਿੱਚ, ਆਓ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਹਜੂਰ ਦੀ ਅੰਮ੍ਰਿਤ ਉਪਦੇਸ਼ ਸ਼ਰਵਣ ਕਰਨ ਤੋਂ ਪਹਿਲਾਂ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ। ਸੋਰਠ ਰਾਗ ਵਿੱਚ ਨਾਵੇਂ ਪਾਤਸ਼ਾਹ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮੇਰਾ ਦੇ ਘਰ ਵਿੱਚ ਆਏ ਹਨ। ਮਨ ਰੇ ਪ੍ਰਭ ਕੀ ਸਰਣ ਵਿਚਾਰੋ। ਹਜੂਰ ਹੁਣ ਸਾਡੇ ਮਨ ਨੂੰ ਉਪਦੇਸ਼ ਦੇ ਰਹੇ ਹਨ। ਸਾਧ ਸੰਗਤ ਜੀ ਜੋ ਪ੍ਰੇਮ ਵਾਲੇ ਗੁਰਸਿੱਖ ਹੁੰਦੇ ਹਨ, ਉਹ ਹਜੂਰ ਦੇ ਮਨ ਵਾਲੇ ਉਪਦੇਸ਼ ਸਿੱਧੇ ਆਪਣੇ ਮਨ ਤੇ ਢਾਲਦੇ ਹਨ। ਸਿੱਧੇ ਆਪਣੇ ਮਨ ਨਾਲ ਫਿਰ ਉਹ ਦੇਖਦੇ ਹਨ, ਮਨਾ ਦੇਖ ਤੂੰ ਕੀ ਕਰਦਾ ਹੈ ਤੇ ਹਜੂਰ ਕੀ ਕਹਿ ਰਹੇ ਹਨ। ਹਜੂਰ ਜਿਸ ਤਰ੍ਹਾਂ ਖਾਲਸਾ ਜੀ ਜ਼ਿਕਰ ਆਉਂਦਾ ਹੈ, ਮਨ ਰੇ ਪ੍ਰਭ ਕੀ ਸਰਣ ਵਿਚਾਰੋ। ਹਜੂਰ ਕਹਿ ਰਹੇ ਹਨ, ਦੇਖ ਤੂੰ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪਿਆ ਕਰ। ਜਿਸ ਤਰ੍ਹਾਂ ਜ਼ਿਕਰ ਆਇਆ ਸੀ, ਜਿਸ ਨੂੰ ਸਾਜਣ ਰਾਖ ਸੀ ਦੁਸ਼ਮਨ ਕਵਨ ਵਿਚਾਰ। ਤੂੰ ਡਰਦਾ ਹੈ ਕਿ ਜੇ ਮੈਂ ਹਜੂਰ ਦੀ ਸ਼ਰਨ ਵਿੱਚ ਪੈ ਗਿਆ ਤਾਂ ਮੇਰੇ ਕੰਮ ਕਿੱਦਾਂ ਹੋਣਗੇ ਦੁਨਿਆਵੀ। ਹਜੂਰ ਕਹਿੰਦੇ ਹਨ, ਜਿਹਨੂੰ ਮੇਰਾ ਸਾਜਣ ਮਿੱਤਰ ਰੱਖ ਲਵੇ ਉੱਥੇ ਤਾਂ ਸਾਧ ਸੰਗਤ ਜੀ ਦੁਸ਼ਮਣ ਦੀ ਵਿਚਾਰ ਕੀ ਬਣ ਆਉਂਦੀ ਹੈ। ਭਾਵ ਭੋਲੀ ਜਾਣਾ ਚਾਹੀਦਾ ਹੈ। ਸਵੈ ਨਾ ਸਕੈ ਤਿਹ ਛਾਏ ਕੋ ਨਿਹਫਲ ਜਾਏ ਗਵਾਰ। ਭਾਵ ਉਹਦੀ ਤਾਂ ਪਰਛਾਈ ਵੱਲ ਵੀ ਨਹੀਂ ਕੋਈ ਤੱਕ ਸਕਦਾ, ਕਿਉਂਕਿ ਭਾਰੀ ਭੁਜਾਨ ਕੋ ਭਾਰੀ ਭਰੋਸੋ। ਦੇਖ ਤੂੰ ਦੁਨਿਆਵੀ ਬਾਹਾਂ ਦਾ ਮਾਣ ਕਰਦਾ ਹੈ ਕਿ ਮੇਰੇ ਮਿੱਤਰਾਂ ਦੀਆਂ ਬੜੀਆਂ ਬੜੀਆਂ ਬਾਹਾਂ ਹਨ। ਦੇਖ ਜਿੰਦੇ ਪੱਖ ਵਿੱਚ ਅਕਾਲ ਪੁਰਖ ਖੜ ਜਾਣ ਭਾਰੀਆਂ ਭੁਜਾਵਾਂ ਵਾਲੇ, ਫਿਰ ਭਾਰੀ ਭਰੋਸਾ ਮਨ ਵਿੱਚ ਰੱਖਿਆ ਕਰ। ਜੋ ਸਾਧੂ ਸਰਣੀ ਪਰੇ ਤਿਨ ਕੇ ਕਵਣ ਵਿਚਾਰ। ਜੋ ਸਾਧ ਸੰਗਤ ਵਿੱਚ ਆ ਕੇ ਹਜੂਰ ਦੀ ਸ਼ਰਨ ਵਿੱਚ ਪੈ ਜਾਂਦਾ ਹੈ, ਉਹਦੀ ਫਿਰ ਕੀ ਵਿਚਾਰ ਕਰਨੀ। ਦੰਤ ਜੀਵ ਜਿਮ ਰਾਖ ਹੈ ਦੁਸ਼ਟ ਅਰਸ਼ਟ ਸੰਘਾਰ। ਜਿਸ ਤਰ੍ਹਾਂ ਸਾਧ ਸੰਗਤ ਜੀ ਸ਼ੇਰਣੀ ਹੁੰਦੀ ਹੈ, ਜਿਸ ਤਰ੍ਹਾਂ ਜੰਗਲ ਵਿੱਚ ਅੱਗ ਲੱਗ ਜਾਵੇ ਤਾਂ ਸਾਧ ਸੰਗਤ ਜੀ ਜਿਹੜੇ ਦੰਦਾਂ ਦੇ ਨਾਲ ਵੱਡੇ ਵੱਡੇ ਜਾਨਵਰਾਂ ਨੂੰ ਉਹ ਪਾੜ ਸੁੱਟਦੀ ਹੈ, ਉਹਨਾਂ ਹੀ ਦੰਦਾਂ ਦੇ ਨਾਲ ਉਹ ਆਪਣੇ ਬੱਚਿਆਂ ਨੂੰ ਫਿਰ ਜਦੋਂ ਪਾਰ ਲਾਉਂਦੀ ਹੈ, ਕੋਈ ਉਹਨਾਂ ਨੂੰ ਜ਼ਖਮ ਵੀ ਨਹੀਂ ਹੁੰਦਾ। ਇਸੇ ਤਰ੍ਹਾਂ ਜਿਸ ਤਰ੍ਹਾਂ ਦੰਦਾਂ ਦੇ ਵਿੱਚ ਜੀਭ ਸੇਫ ਰਹਿੰਦੀ ਹੈ, ਹਜੂਰ ਕਹਿੰਦੇ ਹਨ ਸਤ ਸੰਗਤ ਵਿੱਚ ਆਇਆ ਕਰ। ਦੰਤ ਜੀਵ ਜਿਮ ਰਾਖ ਹੈ ਦੁਸ਼ਟ ਅਰਸ਼ਟ ਸੰਘਾਰ। ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਬਹੁਤ ਹੀ ਵੱਡੀ ਹੈ। ਮਨ ਰੇ ਮਨ ਰੇ
ਪ੍ਰਭ ਕੀ ਸਰਣ ਵਿਚਾਰੋ। ਅਤੇ ਖਾਲਸਾ ਜੀ ਇਸੇ ਤਰ੍ਹਾਂ ਸਰਣ ਨਾਥ ਤੋਰੀ ਸਰਣ ਜੋਗ ਸਰਣੰ, ਸਰਣ ਵੀ ਉਹਦੀ ਜਾਇਆ ਜਾਂਦਾ ਹੈ ਜੋ ਸਰਣ ਦੇਣ ਦੇ ਸਮਰੱਥ ਹੁੰਦਾ ਹੈ। ਜਿਸ ਸਮੇਂ ਭਾਈ ਨੰਦ ਲਾਲ ਜੀ ਕੀ ਦੇਖਦੇ ਹਨ ਕਿ ਨੌਰੰਗੇ ਦੇ ਭਾਵ ਡਰ ਦੇ ਕਾਰਨ ਜਿੱਧਰ ਨੂੰ ਵੀ ਹਿੰਦੁਸਤਾਨ ਦੀ ਧਰਤੀ ਤੇ ਨਿਗਾਹ ਮਾਰਦੇ ਹਨ, ਕਹਿੰਦੇ ਹਨ ਮੈਨੂੰ ਹੁਣ ਕੌਣ ਰੱਖੇਗਾ, ਕੋਈ ਸ਼ਰਨ ਦੇਣ ਦੇ ਸਮਰੱਥ ਨਹੀਂ ਸੀ। ਤਾਂ ਉਸ ਸਮੇਂ ਖਾਲਸਾ ਜੀ ਪਤਾ ਲੱਗਦਾ ਹੈ ਸਿਰਫ ਹੁਣ ਆਨੰਦਪੁਰ ਵਾਲੇ ਜੋ ਗੁਰੂ ਜੀ ਹਨ ਉਹੀ ਮੈਨੂੰ ਸ਼ਰਨ ਦੇ ਸਕਦੇ ਹਨ। ਉਸ ਤਰ੍ਹਾਂ ਭਾਈ ਨੰਦ ਲਾਲ ਜੀ ਹਜੂਰ ਦੀ ਸ਼ਰਨ ਵਿੱਚ ਆ ਗਏ ਸਨ ਤੇ ਹਜੂਰ ਦੀ ਸ਼ਰਨ ਵਿੱਚ ਆਇਆ ਖਾਲਸਾ ਜੀ ਕੈਸਾ ਲਿਖਦੇ ਹਨ ਹਜੂਰ ਦੇ ਦਰਸ਼ਨ ਕਰਕੇ, ਕਹਿੰਦੇ ਹਨ ਨੂਰ ਹਰ ਦਰ ਜਿਸਮ ਗੁਰ ਗੋਬਿੰਦ ਸਿੰਘ। ਕਹਿੰਦੇ ਹਨ ਜਿੰਨੇ ਵੀ ਜਿਸਮ ਹਨ ਜਿਨ੍ਹਾਂ ਵਿੱਚ ਵੀ ਮੈਂ ਤੱਕਦਾ ਹਾਂ ਬਾਜਾਂ ਵਾਲੇ ਪਿਤਾ ਜੀਆਂ ਦਾ ਨੂਰ ਬਰਸ ਰਿਹਾ ਹੈ ਇਲਾਹੀ। ਜਿਸ ਸਮੇਂ ਸਾਧ ਸੰਗਤ ਜੀ ਨਦੀ ਦੇ ਕਿਨਾਰੇ ਤੇ ਸਿੰਘਾਂ ਨਾਲ ਹਜੂਰ ਸੈਰ ਕਰ ਰਹੇ ਸੀ, ਹਜੂਰ ਪੱਥਰ ਚੁੱਕਦੇ ਹਨ ਨਦੀ ਵਿੱਚ ਸੁੱਟਦੇ ਹਨ ਤਾਂ ਸਿੰਘ ਨੂੰ ਪੁੱਛਦੇ ਹਨ ਇੱਕ ਨੂੰ, ਹਜੂਰ ਕਹਿੰਦੇ ਹਨ ਭਾਈ ਸਿੰਘਾ ਪੱਥਰ ਕਿਉਂ ਡਿੱਗ ਪਿਆ, ਨਦੀ ਵਿੱਚ ਡੁੱਬ ਕਿਉਂ ਗਿਆ? ਤਾਂ ਉਸ ਸਮੇਂ ਸਿੰਘ ਕਹਿੰਦੇ ਹਨ ਹਜੂਰ ਭਾਰਾ ਸੀ ਤਾਂ ਡੁੱਬ ਗਿਆ। ਫਿਰ ਹਜੂਰ ਇੱਕ ਪੱਥਰ ਚੁੱਕਦੇ ਹਨ, ਦੂਸਰੇ ਸਿੰਘ ਨੂੰ ਪੁੱਛਦੇ ਹਨ, ਸਾਰਿਆਂ ਦਾ ਉੱਤਰ ਇਹੀ ਹੁੰਦਾ ਹੈ। ਫਿਰ ਹਜੂਰ ਸੁੱਟਦੇ ਹਨ, ਇੱਕ ਸਿੰਘ ਫਿਰ ਕਹਿ ਹੀ ਦਿੰਦਾ ਹੈ ਮਹਾਰਾਜ ਕੈਸੀਆਂ ਗੱਲਾਂ ਕਰਦੇ ਹੋ, ਡੁੱਬਣਾ ਹੀ ਸੀ। ਭਾਈ ਨੰਦ ਲਾਲ ਜੀ ਨੂੰ ਜਿਸ ਸਮੇਂ ਪੁੱਛਦੇ ਹਨ ਹਜੂਰ ਇਹ ਪੱਥਰ ਕਿਉਂ ਡੁੱਬ ਗਿਆ, ਭਾਈ ਨੰਦ ਲਾਲ ਜੀ ਕਹਿੰਦੇ ਹਨ ਹਜੂਰ ਨਾ ਹੀ ਮੈਨੂੰ ਪਤਾ ਪਾਣੀ ਹੌਲਾ ਹੁੰਦਾ ਹੈ, ਨਾ ਹੀ ਮੈਨੂੰ ਪਤਾ ਪੱਥਰ ਕੀ ਹੁੰਦਾ ਹੈ। ਹਜੂਰ ਜੋ ਆਪ ਜੀਆਂ ਦੇ ਹੱਥਾਂ ਵਿੱਚੋਂ ਛੁੱਟ ਜਾਂਦਾ ਹੈ ਉਹ ਡੁੱਬ ਜਾਂਦਾ ਹੈ। ਇਸੇ ਤਰ੍ਹਾਂ ਸੰਸਾਰ ਦੀ ਹਾਲਤ ਹੈ ਜੋ ਕਾਲ ਪੁਰਖ ਵਾਹਿਗੁਰੂ ਦੀ ਦੱਸੀ ਹੋਈ ਰਹਿਤ ਮਰਿਆਦਾ ਮਹਾਰਾਜ ਜੀਆਂ ਦੇ ਬਚਨਾਂ ਤੋਂ ਡਿੱਗ ਜਾਂਦਾ ਹੈ, ਉਹ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦਾ ਹੈ। ਨਾਵੇਂ ਪਾਤਸ਼ਾਹ ਕਹਿੰਦੇ ਹਨ ਮਨ ਰੇ ਪ੍ਰਭ ਕੀ ਸਰਣ ਵਿਚਾਰੋ, ਤੂੰ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਬਾਰੇ ਕਦੇ ਵਿਚਾਰ ਹੀ ਨਹੀਂ ਕੀਤੀ। ਜੇ ਕਦੇ ਵਿਚਾਰ ਕੀਤੀ ਹੁੰਦੀ ਤੈਨੂੰ ਪਤਾ ਲੱਗਦਾ ਕਿ ਹਜੂਰ ਦੀ ਸ਼ਰਨ ਆਇਆ ਕੀ ਫਲ ਮਿਲਦਾ ਹੈ। ਹਜੂਰ ਦੀ ਸ਼ਰਨ ਤੋਂ ਬਿਨਾ ਸਾਰਾ ਸੰਸਾਰ ਉਜਾੜ ਦੀ ਨਿਆਈ, ਜੰਗਲ ਦੀ ਨਿਆਈ ਕਿੱਦਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਤਪ ਰਿਹਾ ਹੈ। ਮਨ ਰੇ ਹਜੂਰ ਸਿੱਧਾ ਮਨ ਨੂੰ ਸਿੱਧੇ ਹੋ ਗਏ ਨੇ, ਹੁਣ ਆਪਣੇ ਮਨ ਤੇ ਅਸਰ ਕਰੀਏ। ਸਾਧ ਸੰਗਤ ਜੀ ਹਜੂਰ ਕਹਿ ਰਹੇ ਹਨ ਦੇਖ ਤੂੰ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ, ਬਾਕੀ ਸੰਸਾਰ ਦੀ ਕੋਈ ਸ਼ਰਨ ਤੈਂ ਛੱਡੀ ਹੀ ਨਹੀਂ। ਇਸੇ ਤਰ੍ਹਾਂ ਮਨ ਰੇ ਪ੍ਰਭ ਕੀ ਸਰਣ ਵਿਚਾਰੋ। ਜਿਸ ਤਰ੍ਹਾਂ ਬਚਨ ਆ ਰਿਹਾ ਸੀ ਸਰਣ ਨਾਥ ਤੋਰੀ ਸਰਣ ਜੋਗ ਸਰਣੰ, ਭਾਵ ਸਰਣ ਦੇਣ ਦੇ ਸਮਰੱਥ ਹਨ ਹਜੂਰ। ਪ੍ਰਭੂ ਦਰਸ ਪਾਏ ਮਿਟੇ ਜਨਮ ਮਰਣੰ, ਜਿਸ ਤਰ੍ਹਾਂ ਹਜੂਰ ਨੂੰ ਬਾਲਾ ਰਾਓ ਤੇ ਰੁਸਤਮ ਰਾਓ। ਸਾਧ ਸੰਗਤ ਜੀ ਹਜੂਰ ਦੇ ਭਾਵ ਸੱਚਖੰਡ ਗਮਨ ਕਰਨ ਤੋਂ ਬਾਅਦ ਦੇ ਵਿੱਚ ਇਹ ਜੇਲ੍ਹ ਵਿੱਚ ਬੈਠੇ ਖਾਲਸਾ ਜੀ ਜਦੋਂ ਇਹਨਾਂ ਨੂੰ ਪਤਾ ਲੱਗਾ ਇੱਕ ਗੁਰਸਿੱਖ ਮੂਲ ਮੰਤਰ ਦਾ ਜਾਪ ਕਰ ਰਿਹਾ ਸੀ, ਸਿੰਘ ਨੂੰ ਪੁੱਛਦੇ ਹਨ ਕਿ ਤੁਸੀਂ ਇਹ ਜਾਪ ਕਿਉਂ ਕਰ ਰਹੇ ਹੋ? ਤਾਂ ਕਹਿੰਦੇ ਹਨ ਇਹ ਜੋ ਜਾਪ ਹੈ ਇਹ ਜਮਾਂ ਦੀਆਂ ਫਾਹੀਆਂ ਤੋਂ ਛੁਡਾ ਦਿੰਦਾ ਹੈ। ਜੇਲ੍ਹ ਵਿੱਚ ਬੈਠਿਆਂ ਨੂੰ ਫੁਰਨਾ ਆਇਆ, ਜੇ ਜਮਾਂ ਦੀਆਂ ਫਾਹੀਆਂ ਤੋਂ ਛੁਡਾ ਦਿੰਦਾ ਹੈ ਫਿਰ ਇਹ ਜੇਲ੍ਹ ਦੀਆਂ ਕੰਧਾਂ ਕੀ ਹਨ, ਇਹ ਤਾਂ ਤੁੱਛ ਹੀ ਹਨ। ਉਸ ਸਮੇਂ ਜੇਲ੍ਹ ਦੇ ਵਿੱਚੋਂ ਬਾਲਾ ਰਾਓ ਤੇ ਰੁਸਤਮ ਰਾਓ ਇੱਕ ਭਰਾ ਉੱਠਦਾ ਹੈ, ਜਾਪ ਕਰਦਾ ਹੈ, ਦੂਜਾ ਸੌਂ ਜਾਂਦਾ ਹੈ। ਜਦੋਂ ਦੂਜਾ ਉੱਠਦਾ ਹੈ ਫਿਰ ਅਖੰਡ ਜਾਪ ਜੇਲ੍ਹ ਵਿੱਚ ਕਰਦੇ ਹਨ। ਤਾਂ ਇੱਕ ਸਮਾਂ ਖਾਲਸਾ ਜੀ ਆਉਂਦਾ ਹੈ, ਘੋੜੇ ਦੀਆਂ ਪੈਰ ਦੀਆਂ ਟਾਪਾਂ ਦੀਆਂ ਆਵਾਜ਼ ਕੰਨਾਂ ਵਿੱਚ ਪੈਂਦੀ ਹੈ, ਜੇਲ੍ਹ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ। ਹਜੂਰ ਉਹਨਾਂ ਦੀ ਦਰਸ਼ਨ ਦੇ ਕੇ ਨਿਹਾਲ ਕਰਦੇ ਹਨ ਬਾਜਾਂ ਵਾਲੇ ਪਿਤਾ ਜੀ, ਕਿਉਂਕਿ ਖਾਲਸਾ ਜੀ ਹਜੂਰ ਆਪਣੀ ਗੁਰਬਾਣੀ ਵਿੱਚ ਲਿਖਦੇ ਹਨ ਅਜੈ ਹੈ ਤੂੰ ਪਰਵਾਹ ਨਾ ਕਰਿਆ ਕਰ, ਅਸੀਂ ਅਜੇ ਵੀ ਹੈਗੇ ਆ ਤੇਰੇ ਨਾਲ। ਤੂੰ ਪਰ ਕਿੱਧਰ, ਤੂੰ ਤਾਂ ਰਿਸ਼ਤੇਦਾਰਾਂ ਦੇ ਮੋਢਿਆਂ ਤੇ ਕਹਿੰਦਾ ਹੈ ਕਿ ਜਦੋਂ ਮੈਨੂੰ ਭੀੜ ਪਈ ਉਹਨਾਂ ਹੀ ਸਾਥ ਦੇਣਾ ਹੈ, ਔਖੇ ਵੇਲੇ ਤਾਂ ਮੇਰੇ ਮਿੱਤਰ ਖੜਦੇ ਹਨ। ਹਜੂਰ ਕਹਿੰਦੇ ਹਨ ਉਹ ਸੁੱਖ ਦੇ ਲਈ ਤੇਰੇ ਨਾਲ ਹਨ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਤੂੰ ਹਜੂਰ ਦੀ ਸ਼ਰਨ ਬਾਰੇ ਕਦੇ ਵਿਚਾਰ ਹੀ ਨਹੀਂ ਕੀਤਾ। ਮਨ ਰੇ ਪ੍ਰਭ ਕੀ ਸਰਣ ਵਿਚਾਰੋ। ਇਸੇ ਤਰ੍ਹਾਂ ਖਾਲਸਾ ਜੀ
ਜਿਸ ਸਮੇਂ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਧਰਮਵੀਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜਿਸ ਸਮੇਂ ਖਾਲਸਾ ਜੀ ਜੋਤੀ ਜੋਤ ਸਮਾਉਣ ਲੱਗੇ, ਸੰਗਤਾਂ ਹੱਥ ਜੋੜ ਕੇ ਹਜੂਰ ਦੇ ਅੱਗੇ ਖੜੀਆਂ ਹਨ, ਨੇਤਰਾਂ ਵਿੱਚ ਵਿਰਾਗ ਹੈ, ਤਾਂ ਹਜੂਰ ਨੂੰ ਪੁੱਛਦੇ ਹਨ, ਹਜੂਰ ਕੁਝ ਸਾਨੂੰ ਉਪਦੇਸ਼ ਦੇਵੋ ਜਿਸ ਨਾਲ ਸਾਡੀ ਕਲਿਆਣ ਹੋ ਜਾਵੇ। ਤਾਂ ਉਸ ਸਮੇਂ ਹਜੂਰ ਨੇ ਜੋ ਬਚਨ ਕਹੇ ਸੀ, ਹਜੂਰ ਨੇ ਫਰਮਾਇਆ ਸੀ, ਅਰਾਧਨਾ ਅਰਾਧਨ ਨੀਕਾ, ਹਰ ਹਰ ਨਾਮ ਅਰਾਧਨਾ। ਗੁਰਸਿੱਖੋ, ਜੇ ਕੋਈ ਜਾਪ ਕਰਨਾ ਹੋਵੇ ਤਾਂ ਸਭ ਤੋਂ ਸ੍ਰੇਸ਼ਟ ਵਾਹਿਗੁਰੂ ਮੰਤਰ ਹੈ, ਮਾਗਣਾ ਮਾਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਜੇ ਗੁਰੂ ਤੋਂ ਕੁਝ ਮੰਗਣਾ ਹੈ ਤਾਂ ਹਰੀ ਦਾ ਜਸ ਮੰਗਣਾ ਸਭ ਤੋਂ ਉੱਤਮ ਦਾਤ ਮੰਗਣ ਦੇ ਬਰਾਬਰ ਹੈ। ਜਾਗਣਾ ਜਾਗਣ ਨੀਕਾ, ਹਰ ਕੀਰਤਨ ਮਹਿ ਜਾਗਣਾ। ਦੇਖ ਤੂੰ ਛਰਲੇ ਉਡਾਉਣ ਦੇ ਵਿੱਚ ਫਿਲਮਾਂ ਦੇਖਣ ਦੀ ਰਾਤ ਨੂੰ ਜਾਗਦਾ ਹੈ, ਪਰ ਸਭ ਤੋਂ ਸ੍ਰੇਸ਼ਟ ਜਾਗਣਾ ਹੁੰਦਾ ਹੈ, ਸਾਧ ਸੰਗਤ ਵਿੱਚ ਮਿਲ ਕੇ ਜਾਗਣਾ। ਅਖੀਰ ਤੇ ਹਜੂਰ ਕਹਿੰਦੇ ਹਨ, ਇਹ ਬਿਦ ਤਿਸ ਹੈ ਪ੍ਰਾਪਤੇ, ਜਾ ਕੇ ਮਸਤਕ ਭਾਗਣਾ। ਕਹੋ ਨਾਨਕ ਤਿਸ ਸਭ ਕਿਜ ਨੀਕਾ, ਜੋ ਪ੍ਰਭ ਕੀ ਸਰਨਾਗਤਾ। ਭਾਵ ਜੋ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਉਸ ਦੇ ਕੀਤੇ ਹੋਏ ਸਾਰੇ ਕੰਮ ਹੀ ਸ੍ਰੇਸ਼ਟ ਹੋ ਜਾਂਦੇ ਹਨ। ਹਜੂਰ ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹੇ ਹਨ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਕਿ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਬਾਰੇ ਤੂੰ ਵਿਚਾਰ ਕਰਿਆ ਕਰ। ਗੁਰਸਿੱਖ ਅਰਦਾਸ ਕਰਦੇ ਹਨ, ਹਜੂਰ ਵੱਡੇ ਪਾਪੀ ਹਾਂ, ਇੱਕ ਪਾਪ ਕੀਤਾ ਹੋਵੇ ਤਾਂ ਬਖਸ਼ਿਆ ਜਾ ਸਕਦਾ ਹੈ। ਮਹਾਰਾਜ ਜੀ, ਪਤਾ ਨਹੀਂ ਕਿੰਨੇ ਕੁ ਪਾਪ ਕੀਤੇ ਹਨ। ਜੇ ਹਜੂਰ ਮੈਂ ਆਪ ਜੀਆਂ ਨੂੰ ਤੁਹਾਡੇ ਪਾਪਾਂ ਬਾਰੇ ਦੱਸਾਂ, ਨਾਲ ਦੇ ਵੀ ਮੈਨੂੰ ਛੱਡ ਕੇ ਭੱਜ ਜਾਣ ਕਿ ਇਹ ਤਾਂ ਏਡਾ ਵੱਡਾ ਪਾਪੀ ਹੈ ਕਿ ਇਹਦੇ ਨਾਲ ਤਾਂ ਬਹਿਣਾ ਵੀ ਸ਼ਰਮ ਆਉਂਦੀ ਹੈ ਸਾਨੂੰ। ਹਜੂਰ ਫਿਰ ਸਾਨੂੰ ਅੱਗੇ ਹੁਣ ਜਿਸ ਤਰ੍ਹਾਂ ਉਪਦੇਸ਼ ਦਿੰਦੇ ਹਨ, ਹਜੂਰ ਸਾਨੂੰ ਕੁਝ ਸਾਖੀਆਂ ਦਾ ਦੱਸਦੇ ਹਨ ਕਿ ਦੇਖ ਜਿਸ ਤਰ੍ਹਾਂ ਉਹ ਤਰ ਗਏ ਹਨ ਏਡੇ ਏਡੇ ਵੱਡੇ ਪਾਪੀ, ਤੂੰ ਕਿਹੜੀ ਵਿਚਾਰ ਕਰਦਾ ਹੈ। ਕਿਉਂਕਿ ਸ਼ਰਨਨਾਥ ਤੋਰੀ ਸ਼ਰਨ ਜੋਗ ਸ਼ਰਣੰ, ਪ੍ਰਭੂ ਦਰਸ ਪਾਏ ਮਿਟੇ ਜਨਮ ਮਰਣੰ। ਇੱਥੇ ਤਾਂ ਹਜੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਮਾਤਰ ਸੇ ਹੀ ਭਾਵ ਜਨਮਾਂ ਮਰਨਾਂ ਦੇ ਦੁੱਖ ਟੁੱਟ ਜਾਂਦੇ ਹਨ। ਮਮ ਪਾਹ ਤੁਐ ਸ਼ਰਨ ਆਏ, ਵੱਡੇ ਭਾਗ ਮੇਰੇ ਪ੍ਰਭੂ ਦਰਸ ਪਾਏ। ਜੇ ਤੂੰ ਸੋਚਦਾ ਹੈ ਕਿ ਤੂੰ ਐਵੇਂ ਹੀ ਇੱਥੇ ਆ ਬੈਠਾ ਹੈ ਸਤ ਸੰਗਤ ਦੇ ਵਿੱਚ, ਇਹ ਤੇਰੀ ਭੁੱਲ ਹੈ। ਦੁਨੀਆ ਦੇ ਵਿੱਚ ਕਰੋੜਾਂ ਜੀਵ ਵਸਦੇ ਹਨ, ਉਹ ਕਿਉਂ ਨਹੀਂ ਇੱਥੇ ਆ ਕੇ ਬਹਿ ਗਏ। ਇਹ ਤਾਂ ਅਕਾਲ ਪੁਰਖ ਵਾਹਿਗੁਰੂ ਨੇ ਤੇਰੇ ਤੇ ਮਿਹਰ ਕੀਤੀ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਤੇਰੇ ਬਾਬਤ ਫੁਰਨਾ ਕੀਤਾ ਹੈ ਹਜੂਰ ਨੇ ਸਤ ਸੰਗਤ ਵਿੱਚ ਆਉਣ ਦਾ, ਤੇ ਜਿੰਦੇ ਬਾਬਤ ਹਜੂਰ ਸੋਚ ਲੈਣ ਉਹ ਕਿਉਂ ਨਾ ਤਰੇਗਾ। ਅਵਸ਼ ਨਿਸ਼ਚੇ ਕਹਿ ਤਰੈਂਗੇ, ਭਾਵ ਨਿਸ਼ਚਾ ਰੱਖ ਤੂੰ ਤਰ ਜਾਵੇਂਗਾ ਜੇ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਬਚਨਾਂ ਤੇ ਪਹਿਰਾ ਦੇਵੇਂਗਾ। ਵੱਡੇ ਭਾਗ ਹਨ ਜੋ ਸਤ ਸੰਗਤ ਵਿੱਚ ਆ ਬੈਠੇ ਹਾਂ, ਜਾਂ ਜਿਨ੍ਹਾਂ ਦੇ ਸ਼ਰਵਣਾਂ ਦੇ ਵਿੱਚ ਇਹ ਅੰਮ੍ਰਿਤ ਗੁਰਬਾਣੀ ਦੀ ਵਰਖਾ ਹੋ ਰਹੀ ਹੈ। ਜਿਹੇ ਸਿਮਰਤ ਗਨਕਾਸੀ ਉਦਰੀ। ਹਜੂਰ ਸਾਡੇ ਪਾਪੀਆਂ ਦਾ ਵੀ ਭਲਾ ਹੋ ਜਾਵੇਗਾ। ਹਜੂਰ ਮੈਨੂੰ ਤਾਂ ਕੋਈ ਪਿਆਰ ਨਹੀਂ ਕਰਦਾ ਐਡੇ ਪਾਪੀ ਨੂੰ। ਹਜੂਰ ਕਹਿੰਦੇ ਹਨ, ਜਿਹੇ ਸਿਮਰਤ ਗਨਕਾ ਸੀ ਉਦਰੀ, ਭਾਵ ਕਿ ਜਿਹੜੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਕਰਕੇ ਗਨਕਾ ਪਾਪਣ ਸੀ ਜੋ ਸਾਧ ਸੰਗਤ ਜੀ, ਗਨਕਾ ਜੋ ਵੇਸ਼ਵਾ ਸੀ। ਜਿਸ ਤਰ੍ਹਾਂ ਭਾਈ ਗੁਰਦਾਸ ਜੀ ਲਿਖਦੇ ਹਨ 10ਵੀਂ ਵਾਰ ਦੇ ਵਿੱਚ, ਗਨਕਾ ਪਾਪਣ ਹੋਏ ਕੈ ਪਾਪਾਂ ਦਾ ਗਲ ਹਾਰ ਪਰੋਤਾ। ਐਡੀ ਪਾਪਣ ਵੇਸ਼ਵਾ ਸੀ ਕਿ ਗਲ ਦੇ ਵਿੱਚ ਜਿਸ ਤਰ੍ਹਾਂ ਹਾਰ ਰੱਖੀਦਾ ਹੈ, ਇਸ ਤਰ੍ਹਾਂ ਪਾਪਾਂ ਨੂੰ ਪਾ ਕੇ ਰੱਖਦੀ ਸੀ। ਸਾਰਾ ਦਿਨ ਕੁਕਰਮ ਕਰਦੀ ਸੀ। ਮਹਾਂਪੁਰਖ ਅਚਾਨਚੱਕ ਗਨਕਾ ਵਾੜੇ ਆਏ ਖਲੋਤਾ। ਕਿਉਂਕਿ ਖਾਲਸਾ ਜੀ ਜਦੋਂ ਪਾਪ ਕਰਦੀ ਸੀ, ਇੱਕ ਦਿਨ ਜਿਸ ਸਮੇਂ ਬੜਾ ਕਹਿੰਦੇ ਹਨ ਵਰਖਾ ਹੋ ਰਹੀ ਸੀ, ਵਰਖਾ ਦੇ ਵਿੱਚ ਜਦੋਂ ਇੱਕ ਮਹਾਂਪੁਰਸ਼ਾਂ ਨੇ ਭਾਵ ਉੱਥੇ ਖੜੇ ਹੋਏ ਲੜਕੇ ਮੁੰਡਿਆਂ ਨੂੰ ਪੁੱਛਿਆ ਕਿ ਕੋਈ ਇੱਥੇ ਮੁਸਾਫਰਖਾਨਾ ਹੈਗਾ ਹੈ, ਉਹਨਾਂ ਨੇ ਗਨਕਾ ਦੇ ਘਰ ਵੱਲ, ਵੇਸ਼ਵਾ ਦੇ ਘਰ ਵੱਲ ਇਸ਼ਾਰਾ ਕਰਕੇ ਕਹਿ ਦਿੱਤਾ ਕਿ ਇਹ ਉਧਰ ਜਾ, ਉਹ ਮੁਸਾਫਰਖਾਨਾ ਹੈ। ਜਿਸ ਸਮੇਂ ਅਚਾਨਚੱਕ ਮਹਾਂਪੁਰਖ ਗਨਕਾ ਦੇ ਵਾੜੇ ਭਾਵ ਦਰਵਾਜ਼ੇ ਤੇ ਆ ਖਲੋਤੇ ਹਨ। ਕੀ ਦੇਖਦੇ ਹਨ ਮਹਾਂਪੁਰਸ਼, ਇਹ ਤਾਂ ਅਸੀਂ ਗਲਤ ਜਗ੍ਹਾ ਤੇ ਆ ਗਏ ਹਾਂ। ਗਨਕਾ ਵੀ ਅੱਗੋਂ ਦੇਖ ਕੇ ਹੈਰਾਨ ਰਹਿ ਜਾਂਦੀ ਹੈ। ਖਾਲਸਾ ਜੀ ਜਿੱਥੇ ਮਹਾਂਪੁਰਸ਼ਾਂ ਦੀ ਦ੍ਰਿਸ਼ਟੀ ਪੈਂਦੀ ਹੈ, ਮਾਨੋ ਕਿ ਗਨਕੇ ਵਾੜੇ ਨੂੰ ਪਵਿੱਤਰ ਕਰੀ ਆਉਂਦੇ ਹਨ। ਗਨਕਾ ਦਾ ਮਨ ਵੀ ਉਹਨਾਂ ਨੂੰ ਦੇਖ ਕੇ ਠੰਮਿਆ ਜਾਂਦਾ ਹੈ।
ਮਨ ਦੇ ਵਿੱਚੋਂ ਅਚਾਨਕ ਹੀ ਵਾਹਿਗੁਰੂ ਨਿਕਲਦਾ ਹੈ। ਗਣਕਾ ਚਰਨਾਂ ਤੇ ਢਹਿ ਪੈਂਦੀ ਹੈ, ਕਹਿੰਦੀ ਹੈ ਮਹਾਂਪੁਰਸ਼ੋ ਲੱਗਦਾ ਹੈ ਤੁਸੀਂ ਗਲਤ ਜਗ੍ਹਾ ਤੇ ਆ ਗਏ ਹੋ। ਗਣਕਾ ਦੇ ਭਾਗ ਜਾਗਦੇ ਹਨ, ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਢਹਿ ਪੈਂਦੀ ਹੈ। ਜਿਸ ਤਰ੍ਹਾਂ ਭਾਈ ਗੁਰਦਾਸ ਜੀ ਲਿਖਦੇ ਹਨ, ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੌਣ ਤੋਤਾ। ਭਾਵ ਜਦੋਂ ਉਸ ਨੂੰ ਪਤਾ ਲੱਗਾ ਮੇਰੀ ਪਾਪਾਂ ਵਿੱਚ ਉਮਰ ਨਿਕਲਦੀ ਜਾ ਰਹੀ ਸੀ ਤਾਂ ਹਜੂਰ ਜਿਸ ਸਮੇਂ ਜੋ ਉੱਥੇ ਮਹਾਂਪੁਰਸ਼ ਆਏ ਸਨ ਦੇਖ ਕੇ ਦਿਆਲ ਹੋ ਗਏ। ਕਿਉਂਕਿ ਖਾਲਸਾ ਜੀ ਦੁਖੀ ਦੇਖ ਚਿਤੀ ਦ੍ਰਵਣੰ ਇਤੀ ਦਇਆ, ਜਦੋਂ ਮਹਾਂਪੁਰਸ਼ ਕਿਸੇ ਦੁਖੀ ਨੂੰ ਦੇਖਦੇ ਹਨ, ਭਾਵ ਦਇਆ ਧਰਮ ਕੋ ਮੂਲ ਹੈ, ਧਰਮ ਦਾ ਤਾਂ ਮੂਲ ਜੜ ਹੀ ਦਇਆ ਹੈ। ਮਹਾਂਪੁਰਸ਼ਾਂ ਨੂੰ ਦਇਆ ਆ ਗਈ। ਮਹਾਂਪੁਰਸ਼ਾਂ ਨੇ ਆਪਣੇ ਹੱਥ ਵਾਲਾ ਤੋਤਾ, ਖਾਲਸਾ ਜੀ ਜਿਵੇਂ ਤੋਤੇ ਬੋਲਦੇ ਹੁੰਦੇ ਹਨ, ਉਹ ਗਣਕਾਂ ਨੂੰ ਦਿੱਤਾ। ਸਿੱਧਾ ਤਾਂ ਉਪਦੇਸ਼ ਨਹੀਂ ਸੀ ਦੇ ਸਕਦੇ, ਪਰ ਤੋਤੇ ਨੂੰ ਰਾਮ ਰਾਮ ਕਹਿ ਕੇ ਸਿਖਾਇਆ ਕਿ ਤੋਤੇ ਨੂੰ, ਭਾਵ ਉਸ ਨੂੰ ਨਾਮਦਾਨ ਦੇ ਦਿੱਤਾ। ਹਜੂਰ ਹੁਣ ਇੱਥੇ ਦੱਸ ਰਹੇ ਹਨ ਜਿਸ ਤਰ੍ਹਾਂ ਕਿ ਜਿਹ ਸਿਮਰਤ ਗਨਕਾ ਸੀ ਉਦਰੀ, ਦੇਖ ਉਸ ਤੋਂ ਉਪਰੰਤ ਜਦੋਂ ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜ ਉਦੋਤਾ। ਭਾਵ ਜਿਸ ਸਮੇਂ ਰਾਮ ਦਾ ਨਾਮ ਤੋਤੇ ਨੂੰ ਸਿਖਾਇਆ ਤੇ ਗਣਕਾਂ ਨੂੰ ਦੇ ਦਿੱਤਾ, ਭਾਵ ਭਾਈ ਗੁਰਦਾਸ ਜੀ ਲਿਖਦੇ ਹਨ ਭਾਰੀ ਵਣਜ ਕਰ ਗਏ ਹਨ ਮਹਾਂਪੁਰਸ਼ੋਂ, ਲਿਵ ਲਾਗੀ ਤਿਸ ਤੋਤਿਓਂ ਨਿਤ ਪੜ੍ਹਾਏ ਕਰੈ ਅਸੋਤਾ। ਭਾਵ ਗਣਕਾ ਜਿਸ ਸਮੇਂ ਹਰ ਰੋਜ਼ ਉੱਠਦੀ ਹੈ ਉਹ ਤੋਤੇ ਨੂੰ ਕਹਿੰਦੀ ਹੈ, ਤੋਤਾ ਬੋਲਦਾ ਹੈ ਰਾਮ, ਉਹਨੂੰ ਵੀ ਰਾਮ ਰਾਮ ਪੜ੍ਹਾਉਂਦੀ ਹੈ। ਰਾਮ ਰਾਮ ਦਾ ਨਾਮ ਜਪਾਉਂਦੀ ਹੋਈ ਉਹਨੂੰ ਲਿਵ ਲੱਗ ਜਾਂਦੀ ਹੈ। ਮਹਾਰਾਜ ਜੀਆਂ ਦੇ ਨਾਮ ਦਾ ਰਸ ਗਣਕਾ ਦੀ ਰਸਨਾ ਤੇ ਆਉਣ ਲੱਗ ਜਾਂਦਾ ਹੈ। ਪਤਿਤ ਉਦਾਹਰਣ ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤਾ। ਐਸਾ ਹਜੂਰ ਦਾ ਨਾਮ ਸੀ ਗਣਕਾ ਦੀ ਜੋ ਸਾਰੀ ਦੇਹੀ ਅਪਵਿੱਤਰ ਸੀ, ਰਾਮ ਦੇ ਨਾਮ ਨੇ ਸਾਰੀ ਧੋ ਦਿੱਤੀ। ਭਾਵ ਕਿ ਜੋ ਨਾਮ ਹੈ ਵੱਡੇ ਵੱਡੇ ਪਾਪੀਆਂ ਦਾ ਉਧਾਰ ਕਰ ਦਿੰਦਾ ਹੈ। ਅੰਤ ਕਾਲ ਜਮ ਜਾਲ ਤੋੜ ਨਰਕੈ ਵਿੱਚ ਨਾ ਖਾਦੁਸ ਗੋਤਾ। ਅਤੇ ਖਾਲਸਾ ਜੀ ਜਿਸ ਸਮੇਂ ਜ਼ਿਕਰ ਆਉਂਦਾ ਹੈ, ਇੱਕ ਦਿਨ ਫਿਰ ਉੱਠਦੀ ਹੈ ਤੋਤੇ ਨੂੰ ਰਾਮ ਨਾਮ ਜਪਾਉਣ। ਤੋਤੇ ਦੇ ਪਿੰਜਰੇ ਵਿੱਚ ਸੱਪ ਵੜ ਜਾਂਦਾ ਹੈ ਤੇ ਤੋਤੇ ਨੂੰ ਡੰਗ ਦਿੰਦਾ ਹੈ। ਤੋਤਾ ਮਰਿਆ ਹੁੰਦਾ ਹੈ ਤਾਂ ਵਿੱਚੇ ਹੀ ਪਿੰਜਰੇ ਦੇ ਪਿਆ ਹੁੰਦਾ ਹੈ। ਗਣਕਾ ਆ ਕੇ ਹਿਲਾਉਂਦੀ ਹੈ, ਕਹਿੰਦੀ ਹੈ ਬੋਲ ਰਾਮ ਨਾਮ, ਉਹ ਬੋਲਦਾ ਨਹੀਂ। ਤੇ ਖਾਲਸਾ ਜੀ ਜਦੋਂ ਦੇਖਦੀ ਹੈ ਪਿੰਜਰੇ 'ਚ ਹੱਥ ਪਾ ਕੇ ਸੱਪ ਉਹਨੂੰ ਵੀ ਡੰਗ ਮਾਰ ਜਾਂਦਾ ਹੈ, ਤਾਂ ਰਾਮ ਰਾਮ ਰਸਨਾ ਤੇ ਕਰਦੀ ਹੋਈ ਗਣਕਾ ਖਾਲਸਾ ਜੀ, ਭਾਵ ਉਸ ਦਾ ਅੰਤਲਾ ਸਮਾਂ ਆ ਜਾਂਦਾ ਹੈ। ਜਿਸ ਤਰ੍ਹਾਂ ਹਜੂਰ ਗੁਰਬਾਣੀ ਵਿੱਚ ਫਰਮਾਉਂਦੇ ਹਨ, ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਬਦਤ ਤਲੋਚਨ ਵੈ ਨਰ ਮੁਕਤਾ ਪੀਤਾੰਬਰ ਵਾਕੈ ਹਿਰਦੈ ਬਸੈ। ਅਖੀਰਲੇ ਸਮਰ ਖਾਲਸਾ ਜੀ ਅੰਤ ਕਾਲ ਜਮ ਜਾਲ ਤੋੜ ਨਰਕਾਂ ਵਿੱਚ ਨਾ ਖਾਦਸ ਗੋਤਾ। ਕਿੱਥੇ ਇਹਨੇ ਪਾਪ ਕੀਤੇ ਸੀ ਕਿ ਨਰਕਾਂ ਵਿੱਚ ਜਾਣਾ ਸੀ ਗਣਕਾਂ ਨੇ। ਭਾਵ ਹਜੂਰ ਕਹਿੰਦੇ ਹਨ ਭਾਈ ਗੁਰਦਾਸ ਜੀ ਨਰਕਾਂ ਵਿੱਚ ਨਾ ਖਾਦੁਸ ਗੋਤਾ, ਕਿਉਂਕਿ ਖਾਲਸਾ ਜੀ ਗਈ ਬੈਕੁੰਠ ਬਿਮਾਨ ਚੜ ਨਾਉ ਨਰਾਇਣ ਛੋੜ ਅਛੋਤਾ। ਭਾਵ ਕਿ ਜਦੋਂ ਐਂਡਲੇ ਸਮੇਂ ਦੇ ਵਿੱਚ ਜਦੋਂ ਜਮਗਣ ਨੇੜ ਆਉਂਦੇ ਸੀ, ਮੁਖ ਤੋਂ ਰਾਮ ਨਾਮ ਨਿਕਲਦਾ ਸੀ ਤੇ ਜਮ ਤੋਂ ਭਾਵ ਦੂਰ ਹੋ ਜਾਂਦੇ ਸੀ। ਕਿਉਂਕਿ ਗਈ ਬੈਕੁੰਠ ਬਿਮਾਨ ਚੜ, ਵਿਮਾਨ ਤੇ ਬਹਿ ਕੇ ਬੜੇ ਸਤਿਕਾਰ ਦੇ ਨਾਲ ਸੱਚਖੰਡ ਗਈ ਗਣਕਾ। ਹਜੂਰ ਕਹਿੰਦੇ ਹਨ ਥਾਓ ਨਿਥਾਵੇਂ ਮਾਣ ਮੰਦੋਤਾ। ਭਾਵ ਜੋ ਨਾਮ ਹੈ ਨਿਥਾਵਿਆਂ ਦਾ ਥਾਵ ਹੈ, ਨਿਮਾਣਿਆਂ ਦਾ ਮਾਣ ਹੈ। ਗੁਰਸਿੱਖਾ ਤੂੰ ਕੋਈ ਵਿਚਾਰ ਨਾ ਕਰਿਆ ਕਰ, ਬਸ ਤੂੰ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾ। ਕਿਉਂਕਿ ਜਿਹ ਸਿਮਰਤ ਗਣਕਾ ਸੀ ਉਦਰੀ, ਭਾਵ ਜਿੰਦਾ ਨਾਮ ਸਿਮਰਨੇ ਕਰਕੇ ਐਡੀ ਪਾਪੀ ਗਣਕਾ ਦਾ ਉਧਾਰ ਹੋ ਗਿਆ। ਤਾਕੋ ਜਸ ਉਰ ਧਾਰੋ। ਉਸ ਅਕਾਲ ਪੁਰਖ ਵਾਹਿਗੁਰੂ ਦਾ ਜਸ ਦੇਖ ਤੂੰ ਵੀ ਆਪਣੇ ਉਰ ਹਿਰਦੇ ਵਿੱਚ ਧਾਰਨ ਕਰ ਲਾ। ਹਜੂਰ ਮੈਂ ਜਪਦਾ ਹਾਂ। ਹਜੂਰ ਕਹਿੰਦੇ ਹਨ ਤੂੰ ਦਿਖਾਵੇ ਲਈ ਜਪਦਾ ਹੈ। ਤੂੰ ਜੇ ਜਪਦਾ ਵੀ ਹੈ ਤੂੰ ਦਿਖਾਵੇ ਲਈ ਜਪਦਾ ਹੈ, ਜੇ ਸੇਵਾ ਕਰਦਾ ਹੈ ਦਿਖਾਉਣ ਲਈ, ਤੂੰ ਹਿਰਦੇ ਤੋਂ ਨਹੀਂ ਕਰਦਾ। ਤਾਕੋ ਜਸ ਉਰ ਧਾਰੋ। ਹਜੂਰ ਕਿੱਥੇ ਧਾਰਨ ਕਰ ਲਈਏ ਫਿਰ ਜਸ? ਹਜੂਰ ਕਹਿੰਦੇ ਹਨ ਹਿਰਦੇ ਵਿੱਚ ਹੀ ਧਾਰਨ ਕਰ ਲਵੋ। ਤਾਂ ਖਾਲਸਾ ਜੀ ਇਹ ਹਜੂਰ ਸਾਨੂੰ ਪਵਿੱਤਰ ਉਪਦੇਸ਼ ਦੇ ਰਹੇ ਹਨ। ਰਹਾਉ ਵਿਸ਼ਰਾਮ ਦੇ ਕੇ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ
ਹੋਰ ਅੱਗੇ ਜਿਸ ਤਰ੍ਹਾਂ ਪ੍ਰਮਾਣ ਦੇ ਰਹੇ ਹਨ, ਮਨ ਚਿਤ ਬਿਰਤੀਆਂ ਇਕਾਗਰ ਕਰਕੇ ਸ਼ਰਵਣ ਕਰਨਾ ਕਰੀਏ। ਅਟਲ ਭਇਓ ਧਰੂ ਜਾ ਕੈ ਸਿਮਰਨ। ਮਹਾਰਾਜ ਜੀ ਬਹੁਤ ਵੱਡੇ ਪਾਪੀ ਹਾਂ। ਹਜੂਰ ਕਹਿੰਦੇ ਹਨ, ਦੇਖ ਜਿਸ ਤਰ੍ਹਾਂ ਗਨਕਾ ਤਰ ਗਈ ਤੂੰ ਵੀ ਤਰ ਜਾਏਗਾ। ਇਸ ਤੋਂ ਉਪਰੰਤ ਜਿਸ ਤਰ੍ਹਾਂ ਕਹਿੰਦੇ ਹਨ ਹਜੂਰ ਅਟਲ ਭਇਓ ਧਰੂ, ਭਾਵ ਜੋ ਪ੍ਰਾਤਨ ਖਾਲਸਾ ਜੀ ਗ੍ਰੰਥਾਂ ਵਿੱਚ ਪਾਠ ਆਉਂਦਾ ਹੈ ਉਹ ਕੱਲੇ ਧੂ ਆਉਂਦਾ ਹੈ, ਪਰ ਅੱਜ ਕੱਲ ਅੱਧੇ ਰਾਰੇ ਨਾਲ ਵੀ ਆਉਣ ਲੱਗ ਗਿਆ ਹੈ। ਹਜੂਰ ਜਿਸ ਤਰ੍ਹਾਂ ਫਰਮਾ ਰਹੇ ਹਨ, ਅਟਲ ਭਇਓ ਧੂ ਜਾ ਕੇ ਸਿਮਰਨ। ਜਿਸ ਤਰ੍ਹਾਂ ਖਾਲਸਾ ਜੀ ਜ਼ਿਕਰ ਆਉਂਦਾ ਹੈ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ। ਜਿਸ ਸਮੇਂ ਭਗਤ ਧਰੂ ਜੀ ਜਿਸ ਤਰ੍ਹਾਂ ਹਜੂਰ ਗੁਰਬਾਣੀ ਵਿੱਚ ਜ਼ਿਕਰ ਕਰਦੇ ਹਨ, 5 ਬਰਖ ਕੋ ਅਨਾਥ ਧਰੂ ਬਾਲਕ, ਭਾਵ 5 ਸਾਲਾਂ ਦੀ ਆਯੂ ਸੀ। ਜਿਸ ਸਮੇਂ ਧਰੂ ਭਗਤ ਜੀ ਹੱਸਦੇ ਹੋਏ ਘਰ ਵਿੱਚ ਆਉਂਦੇ ਹਨ, ਆਪਣੇ ਪਿਤਾ ਦੇ ਭਾਵ ਜੋ ਰਾਜਾ ਸੀ ਉਸ ਦੀ ਕੁਛੜ ਚੜ ਜਾਂਦੇ ਹਨ। ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਉਸ ਸਮੇਂ ਖਾਲਸਾ ਜੀ ਜੋ ਇਹਨਾਂ ਦੀ ਮਤਰੇਈ ਮਾਂ ਸੀ, ਉਹਨੇ ਚੱਕ ਕੇ ਬਾਂਹ ਤੋਂ ਫੜ ਕੇ ਧਰੂ ਨੂੰ ਪਰਾਂ ਕਰ ਦਿੱਤਾ, ਨਾਲੇ ਇਹਨੂੰ ਝਾੜ ਪਾਈ, ਭਾਵ ਥੋੜਾ ਜਿਹਾ ਕਰੜੇ ਸ਼ਬਦਾਂ ਵਿੱਚ ਬੋਲਿਆ। ਕਹਿੰਦੀ ਹੈ ਕਿ ਜੇ ਰਾਜੇ ਦੀ ਗੋਦ ਦਾ ਆਨੰਦ ਮਾਣਨਾ ਸੀ ਤਾਂ ਮੇਰੀ ਕੁੱਖੋਂ ਜਨਮ ਲੈਂਦਾ, ਤੂੰ ਉਹਦੀ ਕੁੱਖੋਂ ਕਿਉਂ ਜਨਮ ਲਿਆ ਹੈ। ਇਸ ਤਰ੍ਹਾਂ ਖਾਲਸਾ ਜੀ ਧਰੂ ਦੇ ਮਨ ਵਿੱਚ ਖਾਲਸਾ ਜੀ ਬੜਾ ਭਾਵ ਰੋਸ ਜਿਹਾ ਆਇਆ, ਕਿਉਂਕਿ ਪਿਓ ਦੀ ਗੋਦੀ ਦੇ ਵਿੱਚੋਂ ਧਰੂ ਭਗਤ ਨੂੰ ਉਸ ਦੀ ਮਤਰੇਈ ਮਾਂ ਨੇ ਭਾਵ ਝਿੜਕ ਕੇ ਉਠਾ ਦਿੱਤਾ ਸੀ। ਡੱਡਹੋਲੀ ਕਾ ਮਾਂ ਪੁੱਛੈ, ਤੂੰ ਸੁਵਾਣੀ ਹੈ ਕਿ ਸਰੀਤਾ। ਆਪਦੀ ਮਾਂ ਨੂੰ ਸਹਿਮਿਆ ਹੋਇਆ ਜਾ ਕੇ ਪੁੱਛਦਾ ਹੈ, ਮਾਤਾ ਤੂੰ ਇਸ ਰਾਜ ਦੇ ਵਿੱਚ ਭਾਵ ਇਸ ਮਹਿਲ ਦੇ ਵਿੱਚ ਤੂੰ ਰਾਣੀ ਹੈ ਕਿ ਨੌਕਰ ਰਾਣੀ ਹੈ। ਮਾਂ ਮੈਨੂੰ ਦੱਸਣਾ ਕਰ। ਧਰੂ ਭਗਤ ਜਿਸ ਸਮੇਂ ਖਾਲਸਾ ਜੀ ਆਪਣੀ ਮਾਂ ਨੂੰ ਪੁੱਛਦਾ ਹੈ, ਮਾਂ ਉੱਤਰ ਦਿੰਦੀ ਹੈ, ਸਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਵੇ ਮੇਰੇ ਪੁੱਤਰ, ਮੈਂ ਹੈਗੀ ਤਾਂ ਪਟਰਾਣੀ ਹਾਂ, ਭਾਵ ਰਾਣੀ ਹਾਂ ਇਸ ਮਹਿਲ ਦੀ, ਪਰ ਜੇ ਮੈਂ ਜ਼ਿੰਦਗੀ ਦੇ ਵਿੱਚ ਨਾਮ ਨਾ ਸੀ ਜਪਿਆ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਅਤੇ ਖਾਲਸਾ ਜੀ ਕਹਿੰਦੀ ਹੈ ਮੈਂ ਨਾਮ ਨਹੀਂ ਜਪਿਆ, ਇਸ ਕਰਕੇ ਮੇਰੀ ਭਾਵ ਨੌਕਰਾਣੀਆਂ ਵਾਲੀ ਹਾਲਤ ਹੋ ਗਈ ਹੈ। ਦੇਖੋ ਸਾਧ ਸੰਗਤ ਜੀ, ਜੇ ਇੱਕ ਮਾਂ ਚਾਹਵੇ ਤਾਂ ਆਪਣੇ ਪੁੱਤਰ ਨੂੰ ਗੁਰਸਿੱਖ ਬਣਾਉਣ ਤੋਂ ਐਸੀ ਦੁਨੀਆ ਵਿੱਚ ਕੋਈ ਤਾਕਤ ਨਹੀਂ ਹੈ ਜੋ ਉਹਨੂੰ ਗੁਰਸਿੱਖ ਬਣਾਉਣ ਤੋਂ ਰੋਕ ਸਕੇ। ਆਪਾਂ ਹੀ ਢਿੱਲ ਕਰ ਜਾਂਦੇ ਹਾਂ ਆਪਣੇ ਪੁੱਤਰਾਂ ਦੇ ਮੋਹ ਦੇ ਵਿੱਚ। ਪੁੱਤਰਾਂ ਦੇ ਖਾਲਸਾ ਜੀ ਦੇਖ ਦੇਖ ਕੇ। ਖੈਰ ਅੱਗੇ ਜਿਸ ਤਰ੍ਹਾਂ ਖਾਲਸਾ ਜੀ ਕਹਿੰਦਾ ਹੈ ਭਗਤ ਧਰੂ ਜੀ, ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਣ ਮੀਤਾ। ਹੇ ਮਾਂ, ਫਿਰ ਮੈਨੂੰ ਕੀ ਕਰਨਾ ਚਾਹੀਦਾ ਹੈ ਜਿੰਦੇ ਨਾਲ ਮੇਰੇ ਸਾਰੇ ਸ਼ਤਰੂ ਮੀਤਾ ਹੋ ਜਾਣ ਤੇ ਮੈਨੂੰ ਰਾਜ ਮਿਲ ਸਕੇ। ਤਾਂ ਖਾਲਸਾ ਜੀ ਪਰਮੇਸ਼ਰ ਆਰਾਧੀ ਹੈ, ਜਿੱਦੋਂ ਹੋਈ ਹੈ ਪਤਤ ਪਨੀਤਾ। ਅੱਗੋਂ ਮਾਂ ਨੇ ਇਹ ਨਹੀਂ ਆਖਿਆ ਜਾ ਕੇ ਆਪਣੇ ਪਿਓ ਦੀ ਹੱਤਿਆ ਕਰ ਦੇ ਜਾਂ ਮਾਂ ਦੇ ਲਈ ਤੂੰ ਬਦਲਾ ਲਈ। ਮਾਂ ਕਹਿੰਦੀ ਹੈ ਕਾਲ ਪੁਰਖ ਵਾਹਿਗੁਰੂ ਦਾ ਭਜਨ ਕਰਿਆ ਕਰ ਧਰੂ ਜੀ, ਕਿਉਂਕਿ ਖਾਲਸਾ ਜੀ ਜਿਸ ਨਾਮ ਹਿਰਦੈ ਸੋਈ ਵੱਡ ਰਾਜਾ। ਦੁਨੀਆ ਤਾਂ ਸੋਚਦੀ ਹੈ ਜਿੰਦੇ ਕੋਲ ਜ਼ਿਆਦੇ ਘਰ ਹਨ, ਪ੍ਰਾਪਰਟੀਆਂ ਹਨ, ਉਹ ਵੱਡਾ ਰਾਜਾ ਹੈ। ਹਜੂਰ ਕਹਿੰਦੇ ਹਨ ਜਿਸ ਦੇ ਹਿਰਦੇ ਦੇ ਵਿੱਚ ਨਾਮ ਵਸ ਗਿਆ ਹੈ ਤਾਂ ਕੋ ਜਸ ਉਰ ਧਾਰੋ, ਹਿਰਦੇ ਦੇ ਵਿੱਚ ਹੀ ਨਾਮ ਧਾਰਨ ਕਰ ਲਾ। ਜਿਸ ਸਮੇਂ ਮਾਂ ਨੇ ਕਿਹਾ ਪਰਮੇਸ਼ਰ ਆਰਾਧੀ ਹੈ, ਇਹ ਪੁੱਤਰ ਪਰਮੇਸ਼ਰ ਦਾ ਜਾਪ ਕਰਿਆ ਕਰ। ਜਿੱਦੋਂ ਹੋਏ ਪਤਤ ਪਨੀਤਾ, ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਭਾਵ ਅੰਦਰੋਂ ਬਿਰਾਗ ਹੋ ਗਿਆ ਤਾਂ ਧਰੂ ਭਗਤ ਨੂੰ। ਰਾਜ ਮਹਿਲ ਛੱਡ ਕੇ 5 ਸਾਲ ਦੀ ਆਯੂ ਹੈ, ਜੰਗਲਾਂ ਨੂੰ ਤੁਰ ਪਏ ਭਗਤ ਧਰੂ ਜੀ ਕਿ ਹੁਣ ਜਾਪ ਕਰਨ ਚੱਲੇ ਹਾਂ। ਤਾਂ ਖਾਲਸਾ ਜੀ ਜਦੋਂ ਦੇਖਿਆ ਨਾਰਾਇਣ ਜੀ ਆਏ ਇਹਨਾਂ ਦੇ ਪਾਸ, ਨਾਰਾਇਣ ਕੀ ਦੇਖਦਾ ਹੈ, ਇਹਨੇ ਤਾਂ ਬਹੁਤ ਭਗਤੀ ਕਰਨੀ ਹੈ। ਡਰਾਉਂਦਾ ਹੈ ਆ ਕੇ, ਦੇਖ ਧਰੂ ਤੈਨੂੰ ਤਾਂ ਰਸਤੇ ਦੇ ਵਿੱਚ ਤੈਨੂੰ ਜੰਗਲੀ ਸ਼ੇਰ ਖਾ ਜਾਣਗੇ, ਤੂੰ ਤਾਂ ਹਜੇ ਛੋਟਾ ਹੈ ਤਾਂ ਤੂੰ ਕਿਸ ਤਰ੍ਹਾਂ ਭਗਤੀ ਕਰਾਏਗਾ। ਤਾਂ ਉਸ ਸਮੇਂ ਭਗਤ ਧਰੂ ਜੀ ਕਹਿੰਦੇ ਹਨ ਜੇ ਕਾਲ ਪੁਰਖ ਵਾਹਿਗੁਰੂ ਵੱਲ ਹੋਵੇ, ਜਾਮ ਗੁਰੂ ਹੋਏ ਵੱਲ, ਤਨਹਿ ਕਿਆ ਗਾਰਵ ਦੀਜੈ, ਜਾਮ ਗੁਰੂ ਹੋਏ ਵੱਲ, ਲੱਖ ਬਾਹੇ ਕਿਆ ਕੀਜੈ। ਇੱਕ ਬਾਂਹ ਕੀ ਲੱਖਾਂ ਬਾਹਾਂ ਵੀ ਭਾਵ ਫਿੱਕੀਆਂ ਪੈ ਜਾਂਦੀਆਂ ਹਨ ਜੇ ਹਜੂਰ ਆਪਣੇ ਵੱਲ ਹੋਣ। ਤਾਂ ਉਸ ਸਮੇਂ ਕਿਹਾ ਕਿ ਜੰਗਲਾਂ ਦਾ ਫਿਰ ਸ਼ੇਰਾਂ ਦਾ ਕੀ ਡਰ ਹੈ ਜੇ ਭਗਤੀ ਕਰਨ ਚਲੇ ਗਏ। ਭਗਤ ਧਰੂ ਜੀ ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ। ਨਾਰਦ ਮੁਨ ਉਪਦੇਸਿਆ,
ਫਿਰ ਨਾਰਦ ਮੁਨੀ ਜੀਆਂ ਨੇ ਭਾਵ ਭਗਤ ਜੀਆਂ ਨੂੰ ਫਿਰ ਉਪਦੇਸ਼ ਦਿੱਤਾ, ਦੇਖ ਕੇ ਕਿ ਇੰਨਾ ਨਿਸ਼ਚਾ ਹੈ ਇੱਕ 5 ਸਾਲ ਦੇ ਬੱਚੇ ਦੇ ਵਿੱਚ। ਜਿਸ ਸਮੇਂ ਨਾਰਦ ਮੁਨੀ ਨੇ ਉਪਦੇਸ਼ਿਆ, ਨਾਮ ਨਿਧਾਨ ਅੰਮ੍ਰਿਓ ਰਸ ਪੀਤਾ, ਨਾਮ ਦੇ ਝਰਨੇ ਅੰਦਰੋਂ ਫੁੱਟੇ, ਭਾਵ ਘੁੱਟਾਂ ਭਰ ਭਰ ਕੇ ਰਾਮ ਦਾ ਨਾਮ ਭਗਤ ਤਰਲੂ ਜੀ ਲੈਂਦੇ ਹਨ। ਅਤੇ ਖਾਲਸਾ ਜੀ ਪਿੱਛੋਂ ਰਾਜੇ ਸੱਦਿਆ, ਅਬ ਚਲ ਰਾਜ ਕਰੋ ਨਿਤ ਨੀਤਾ। ਫਿਰ ਜਦੋਂ ਦੇਖਿਆ ਕਿ ਇੰਨੀ ਭਗਤੀ ਪ੍ਰਸਿੱਧ ਹੋ ਗਈ ਹੈ, ਪਿੱਛੋਂ ਰਾਜੇ ਇਹਦੇ ਪਿਤਾ ਨੇ ਸੱਦਿਆ ਕਿ ਹੇ ਧਰੂ ਤੂੰ ਵਾਪਸ ਆ ਜਾ, ਕਿਉਂਕਿ ਨਾਮ ਜਪਣ ਦੀ ਵਡਿਆਈ। ਅਬ ਚਲ ਰਾਜ ਕਰੋ ਨਿਤ ਨੀਤਾ। 36,000 ਵਰਾ ਫਿਰ ਭਗਤ ਤਰਲੂ ਜੀ ਨੇ ਇਸ ਪ੍ਰਿਥਵੀ ਤੇ ਰਾਜ ਕੀਤਾ ਸੀ। ਇਹ ਨਾਮ ਦੀ ਵਡਿਆਈ ਹੈ। ਹਾਰ ਚੱਲੇ ਗੁਰਮੁਖ ਜਗ ਜੀਤਾ। ਅਤੇ ਖਾਲਸਾ ਜੀ ਜਿਹੜੇ ਧਰੂ, ਫਿਰ ਖਾਲਸਾ ਜੀ ਅਕਾਲ ਪੁਰਖ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ, ਸਾਰਾ ਤਾਰਾ ਮੰਡਲ ਹੀ ਧਰੂ ਦੀ ਪਰਿਕਰਮਾ ਕਰਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਹਜੂਰ ਕਹਿੰਦੇ ਹਨ, ਅਟਲ ਭਇਓ, ਭਾਵ ਅੱਜ ਵੀ ਤੂੰ ਜਾ ਕੇ ਸਿਮਰਨ। ਜਿਸ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਕਰਨ ਨਾਲ ਹੀ ਜੋ ਧਰੂ ਭਗਤ ਜੀ ਸੀ, ਅਟਲ ਭਾਵ ਟਲਨ ਤੋਂ ਰਹਿਤ ਹੋ ਗਏ ਹਨ। ਅਰ ਨਿਰਭੈ ਪਦ ਪਾਇਓ, ਅਤੇ ਨਿਰਭੈ ਪਦਵੀ ਨੂੰ ਪਾਉਣਾ ਕੀਤਾ ਹੈ, ਜੋ ਕਿਸੇ ਪ੍ਰਕਾਰ ਦਾ ਜਿੱਥੇ ਭੈ ਨਹੀਂ ਵਿਆਪਦਾ। ਦੁਖ ਹਰਤਾ ਇਹ ਬਿਦ ਕੋ ਸੁਆਮੀ, ਦੁਖ ਹਰਤਾ ਇਹ ਬਿਦ ਕੋ ਸੁਆਮੀ। ਦੇਖ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੇਰੀ ਘਟਾ ਘਟਾ ਦੀ ਗੱਲ ਨੂੰ ਜਾਣਦੇ ਹਨ। ਦੁਖ ਹਰਤਾ ਇਹ ਬਿਦ ਕੋ ਸੁਆਮੀ। ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ, ਧੰਨ ਧੰਨ ਜਾਗਦੀ ਜੋਤ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ 10 ਹੀ ਦਿਸ਼ਾਵਾਂ ਵਿੱਚ ਗੁਰਸਿੱਖੀ ਦਾ ਡੰਕਾ ਭਾਵ ਵਜਾ ਦਿੱਤਾ ਸੀ। ਧਰਤੀ ਦੀਆਂ ਖਾਲਸਾ ਜੀ ਜਿਸ ਤਰ੍ਹਾਂ 4 ਦਿਸ਼ਾਵਾਂ ਹਨ, ਇਸ ਤੋਂ ਉਪਰੰਤ 4 ਉਪ ਦਿਸ਼ਾਵਾਂ, ਤੇ ਥੱਲੇ ਪਤਾਲ ਦੇ ਵਿੱਚ ਤੇ ਆਕਾਸ਼ ਦੇ ਵਿੱਚ ਧਰੂ ਜੀ ਦੀ ਪੁਰੀ ਵਿੱਚ ਵੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਚਰਨ ਪਾ ਕੇ ਧਰੂ ਦੀ ਪੁਰੀ ਦਾ ਵੀ ਕਲਿਆਣ ਕੀਤਾ ਹੈ, ਤੇ ਭਾਈ ਮਰਦਾਨਾ ਜੀਆਂ ਨੂੰ ਵੀ ਨਾਲ ਲੈ ਕੇ ਗਏ ਸੀ। ਇਸੇ ਕਰਕੇ ਖਾਲਸਾ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਹਨ, ਦੁੱਖ ਹਰਤਾ ਇਹ ਬਿਦ ਕੋ ਸੁਆਮੀ। ਇਸ ਵਿਧੀਆਂ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਤੇਰੇ ਸਾਰੇ ਦੁੱਖ ਭੰਨ ਦਵੇਗਾ। ਤੈ ਕਾਹੇ ਬਿਸਰਾਇਆ, ਪਰ ਤੂੰ ਕਿਹੜੀ ਗੱਲ ਤੋਂ ਤੂੰ ਵਿਸਾਰ ਛੱਡਿਆ ਹੈ? ਹੁਣ ਹਜੂਰ ਸਾਧ ਸੰਗਤ ਜੀ ਸਾਨੂੰ ਪੁੱਛ ਰਹੇ ਹਨ, ਹੁਣ ਆਪ ਹੀ ਉੱਤਰ ਦੇਵੋ। ਹਜੂਰ ਕਹਿ ਰਹੇ ਹਨ, ਤੁਸੀਂ ਕਿਉਂ ਰਾਮ ਦਾ ਨਾਮ ਵਿਸਾਰ ਛੱਡਿਆ ਹੈ? ਕਿਉਂਕਿ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਤੂੰ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਬਾਰੇ ਤੂੰ ਵਿਚਾਰ ਹੀ ਨਹੀਂ ਕੀਤੀ। ਤੈ ਭਾਵ ਹਜੂਰ ਸਿੱਧਾ ਹੀ ਖਾਲਸਾ ਜੀ ਫਿਰ ਕਹਿੰਦੇ ਹਨ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਨਾਲ ਬਚਨ ਕਿਵੇਂ ਕਰਦੇ ਹਨ? ਹਜੂਰ ਬਚਨ ਕਰ ਰਹੇ ਹਨ। ਹਜੂਰ ਪੁੱਛ ਰਹੇ ਹਨ, ਤੈ ਕਾਹੇ ਬਿਸਰਾਇਓ, ਹੇ ਦੱਸ ਮੇਰੇ ਪੁੱਤਰੋ ਤੁਸੀਂ ਕਿਉਂ ਵਿਸਾਰ ਛੱਡਿਆ ਹੈ? ਤਾਂ ਹੱਥ ਜੋੜ ਕੇ ਕਹੀਏ, ਹਜੂਰ ਸੋਝੀ ਨਹੀਂ ਹੈਗੀ। ਹਜੂਰ ਬੱਚੇ ਆਣਾ ਤੁਹਾਡੇ, ਜੋ ਹਮ ਪੂਤ ਕਪੂਤ ਸਭੀ ਵਿਦ। ਮਹਾਰਾਜ ਜੀ ਇੱਕ ਵਿਧੀ ਨਹੀਂ, ਸਾਰੀਆਂ ਵਿਧੀਆਂ ਕਰਕੇ ਹੀ ਮਹਾਰਾਜ ਜੀ ਕਪੁੱਤਰ ਹਾਂ। ਜੋ ਖਾਲਸਾ ਜੀ ਹਜੂਰ ਅੱਗੇ ਅਰਦਾਸ ਕਰੀਏ, ਮਹਾਰਾਜ ਜੀ ਪੁੱਤਰ ਕਪੁੱਤਰ ਹੋ ਜਾਂਦੇ ਹਨ, ਮਾਪੇ ਕਦੇ ਕਮਾਪੇ ਨਹੀਂ ਹੁੰਦੇ। ਹਜੂਰ ਕਿਰਪਾ ਕਰੋ, ਆਪ ਹੀ ਕਿਰਪਾ ਕਰੋਗੇ। ਹਜੂਰ ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਹਜੂਰ ਔਗਣਾ ਦੇ ਭਰੇ ਹਾਂ, ਅੰਮ੍ਰਿਤ ਵਰਗੇ ਨਾਮ ਨੂੰ ਛੱਡ ਕੇ ਜ਼ਹਿਰਾਂ ਵਰਗੇ ਸੰਸਾਰੀ ਪਦਾਰਥ ਛਕਦੇ ਹਾਂ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸੋ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਈ। ਜਿਸ ਤਰ੍ਹਾਂ ਭਗਤ ਭੱਟ ਕੀਰਤ ਜੀ ਕਹਿੰਦੇ ਹਨ, ਹਜੂਰ ਹੁਣ ਬਹੁਤੀਆਂ ਅਰਦਾਸਾਂ ਨਹੀਂ ਰਹਿ ਗਈਆਂ, ਇੱਕੋ ਹੀ ਅਰਦਾਸ ਰਹਿ ਗਈ ਹੈ। ਸਾਧ ਸੰਗਤ ਜੀ ਜਦੋਂ ਇੱਕ ਅਰਦਾਸ ਵਿੱਚ ਹੀ ਸਾਰਾ ਕੁਝ ਆ ਜਾਵੇ ਤਾਂ ਬਹੁਤੀਆਂ ਅਰਦਾਸਾਂ ਕਰਨ ਦੀ ਕੀ ਲੋੜ ਹੈ? ਕਹਿੰਦੇ ਹਨ, ਮਹਾਰਾਜ ਜੀ ਆਪਣੀ ਸ਼ਰਨ ਵਿੱਚ ਰੱਖ ਲਵੋ। ਕਿਉਂਕਿ ਹਜੂਰ ਜਿਸ ਤਰ੍ਹਾਂ ਆਰੰਭ 'ਚ ਕਹਿੰਦੇ ਹਨ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿਚਾਰਿਆ ਕਰ। ਜਬ ਹੀ ਸ਼ਰਨ ਗਹੀ ਕਿਰਪਾ ਨਿਧ। ਹੁਣ ਖਾਲਸਾ ਜੀ ਹਜੂਰ ਇੱਕ ਹੋਰ ਪ੍ਰਮਾਣ ਦੇ ਕੇ ਕਹਿੰਦੇ ਹਨ, ਜਬ ਹੀ ਸ਼ਰਨ ਗਹੀ ਕਿਰਪਾ ਨਿਧ। ਕਿਰਪਾ ਦੇ ਨਿਧਾਨ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਜਦੋਂ ਲੈ ਲਈ, ਹਜੂਰ ਕਿੰਨੇ ਸ਼ਰਨ ਲੈ ਲਈ? ਗਜ
ਗਰਾਹ ਤੇ ਛੂਟਾ। ਦੇਖ ਹਾਥੀ ਦੀ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ। ਹਰੀਹਰ ਖੇਤਰ ਦੀ ਕਹਾਣੀ ਹੈ ਜੋ ਪਟਨਾ ਸਾਹਿਬ ਤੋਂ 8 ਕੋਹ ਦੀ ਦੂਰੀ ਤੇ ਹੈ। ਜਿਸ ਸਮੇਂ ਖਾਲਸਾ ਜੀ ਪੁਰਾਤਨ ਜ਼ਿਕਰ ਆਉਂਦਾ ਹੈ, ਇਹ ਗੰਧਰਵ ਸਨ, ਹਾਥੀ ਤੇ ਇੱਕ ਤੰਦੂਆ। ਭਾਵ ਜਿਸ ਸਮੇਂ ਇੱਕ ਦੋਨਾਂ ਦੀ ਪੁਰਾਤਨ ਦੁਸ਼ਮਣੀ ਹੋਣ ਕਰਕੇ, ਕਿਉਂਕਿ ਖਾਲਸਾ ਜੀ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਹਾਹਾ ਹੂਹੂ ਗੰਧਰਵ ਸਨ। ਜਿਸ ਸਮੇਂ ਇਹਨਾਂ ਦੀ ਲੜਾਈ ਹੋਈ ਜ਼ਮੀਨ ਤੋਂ, ਅਤੇ ਇੱਕ ਕਹਿੰਦਾ ਹੈ ਤੂੰ ਤੰਦੂਆ ਬਣ, ਦੂਜਾ ਗੁੱਸੇ ਵਿੱਚ ਕਹਿੰਦਾ ਹੈ ਤੂੰ ਹਾਥੀ ਵਾਂਗੂ ਜ਼ਿਆਦੀ ਜਗ੍ਹਾ ਘੇਰਨਾ ਚਾਹੁੰਦਾ ਹੈ, ਤੂੰ ਹਾਥੀ ਬਣ। ਉਹ ਅਗਲਾ ਕਹਿੰਦਾ ਫਿਰ ਮੈਂ ਹਾਥੀ ਨੂੰ ਤੈਨੂੰ ਮਾਰਾਂਗਾ ਪਾਣੀ ਵਿੱਚ ਡੋਬ ਕੇ। ਜਿਸ ਸਮੇਂ ਹਾਥੀ ਪਾਣੀ ਪੀਣ ਆਉਂਦਾ ਹੈ ਤਾਂ ਸਾਧ ਸੰਗਤ ਜੀ ਜਿਸ ਸਮੇਂ ਪਾਣੀ ਪੀਂਦਾ ਹੈ, ਪਰਿਵਾਰ ਵੀ ਹਾਥੀ ਦਾ ਨਾਲ ਹੁੰਦਾ ਹੈ। ਜਿਸ ਸਮੇਂ ਖਾਲਸਾ ਜੀ ਫਿਰ ਉਹ ਜੋ ਤੰਦੂਆ ਹੁੰਦਾ ਸੀ, ਆਪਣੇ ਤੰਦਾਂ ਦੇ ਨਾਲ ਹਾਥੀ ਨੂੰ ਜਾਲ ਵਿੱਚ ਜਕੜ ਲੈਂਦਾ ਹੈ ਤੇ ਪਾਣੀ ਵਿੱਚ ਖਿੱਚ ਕੇ ਲੈ ਜਾਂਦਾ ਹੈ। ਹਾਥੀ ਦਾ ਪਰਿਵਾਰ ਪਿੱਛੋਂ ਵੇਂਦਾ ਹੀ ਰਹਿ ਜਾਂਦਾ ਹੈ। ਜਿਸ ਸਮੇਂ ਉਹਨੂੰ ਡੂੰਘੇ ਪਾਣੀ ਵਿੱਚ ਲੈ ਜਾਂਦਾ ਹੈ, ਫਿਰ ਉਹ ਹਾਥੀ ਖਾਲਸਾ ਜੀ ਇੱਕ ਕਮਲ ਦਾ ਫੁੱਲ ਪਾਣੀ ਵਿੱਚ ਰੁੜਿਆ ਆਉਂਦਾ ਸੀ, ਆਪਣੀ ਸੁੰਡ ਵਿੱਚ ਪਕੜ ਕੇ, ਜੋ ਖਾਲਸਾ ਜੀ ਫਿਰ ਹਾਥੀ ਜਿਹੜਾ ਸੀ ਤਾਂ ਨੂੰ ਕਰਦਾ ਹੈ ਕਮਲ ਦਾ ਫੁੱਲ, ਭਾਵ ਹਿਰਦੇ ਤੋਂ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦਾ ਹੈ, ਮੈਨੂੰ ਛਡਾ, ਕਿਉਂਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ। ਸਾਰੇ ਹੀ ਨਾਲ ਦੇ ਹਾਥੀ ਵੀ ਭੱਜ ਜਾਂਦੇ ਹਨ, ਦੂਰ ਖੜੇ ਰਹਿ ਜਾਂਦੇ ਹਨ। ਤਾਂ ਉਸ ਸਮੇਂ ਆਉਂਦਾ ਹੈ ਕਰ ਧਰੇ, ਭਾਵ ਖਾਲਸਾ ਜੀ ਜਿਸ ਤਰ੍ਹਾਂ ਚੱਕਰ ਸੁਦਰਸ਼ਨ ਚੱਕਰ ਅਕਾਲ ਪੁਰਖ ਵਾਹਿਗੁਰੂ ਛੱਡਦੇ ਹਨ, ਤਾਂ ਉਸ ਸਮੇਂ ਜੋ ਤੰਦੂਏ ਦੇ ਤੰਦ ਸੀ ਉਹ ਸਾਰੇ ਕੱਟ ਦਿੰਦੇ ਹਨ, ਤਾਂ ਹਾਥੀ ਪਾਣੀ ਤੋਂ ਬਾਹਰ ਆ ਜਾਂਦਾ ਹੈ। ਹਜੂਰ ਸਮਝਾਉਂਦੇ ਹਨ ਗੱਜ ਗਰਾਹ ਤੇ ਛੂਟਾ। ਜਿਸ ਤਰ੍ਹਾਂ ਪਿੱਛੇ ਬਚਨ ਆ ਰਹੇ ਸੀ, ਨਾਹਨ ਗੁਣ ਨਾਹਨ ਕਛ ਵਿਦਿਆ, ਕਿਉਂਕਿ ਨਾ ਹੀ ਹਾਥੀ ਦੇ ਵਿੱਚ ਕੁਝ ਗੁਣ ਸੀ ਤੇ ਨਾ ਹੀ ਉਹਨੇ ਕੋਈ ਵਿਦਿਆ ਪੜ੍ਹੀ ਸੀ। ਹਜੂਰ ਕਹਿੰਦੇ ਹਨ ਦੇਖ ਜੇ ਇੱਕ ਜਾਨਵਰ ਸੁੱਟ ਸਕਦਾ ਹੈ, ਤੂੰ ਤਾਂ ਦੇਖ ਫਿਰ ਵੀ ਮਨੁੱਖਾ ਹੈ, ਤੈਨੂੰ ਤਾਂ ਸੋਝੀ ਹੈਗੀ ਹੈ, ਤੂੰ ਵੀ ਖਾਲਸਾ ਜੀ। ਹਜੂਰ ਕਹਿੰਦੇ ਹਨ ਜਿਸ ਤਰ੍ਹਾਂ ਇਹ ਸੰਸਾਰ ਰੂਪੀ ਭਾਵ ਇਹ ਤਲਾਹ ਹੈ, ਜੋ ਤੰਦੂਏ ਦੀ ਨਿਆਈ ਜੋ ਮਾਇਆ ਹੈ ਅਤੇ ਹਾਥੀ ਦੀ ਨਿਆਈ ਜੀਵ ਡੁੱਬਦਾ ਜਾ ਰਿਹਾ ਹੈ, ਇਹਨੂੰ ਜੋ ਖਾਲਸਾ ਜੀ ਜੋ ਅਗਿਆਨ ਹੈ ਉਹ ਡੁੱਬਦਾ ਜਾ ਰਿਹਾ ਹੈ। ਜਿਸ ਸਮੇਂ ਸ਼ਰਧਾ ਰੂਪੀ ਭਾਵ ਸ਼ਰਧਾ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕੀਤਾ ਜਾਵੇ, ਸ਼ਰਧਾ ਰੂਪੀ ਫੁੱਲ ਦੇ ਨਾਲ, ਤਾਂ ਸਿਮਰਨ ਦਾ ਚੱਕਰ ਛੱਡ ਕੇ ਅਕਾਲ ਪੁਰਖ ਵਾਹਿਗੁਰੂ ਸਾਰੇ ਇਹ ਜੋ ਅਗਿਆਨ ਦੀਆਂ ਤਾਰਾਂ ਤੋੜ ਦਿੰਦੇ ਹਨ। ਹਜੂਰ ਫਰਮਾ ਰਹੇ ਹਨ ਗੱਜ ਗਰਾਹ ਤੇ ਛੂਟਾ। ਦੇਖ ਜਿਸ ਤਰ੍ਹਾਂ ਹਾਥੀ ਛੁੱਟ ਗਿਆ ਹੈ, ਤਾਂ ਇਸ ਤਰ੍ਹਾਂ ਤੂੰ ਵੀ ਸੰਸਾਰ ਰੂਪੀ ਇਸ ਜੋ ਤਲਾਅ ਦੇ ਵਿੱਚੋਂ ਛੁੱਟ ਜਾਵੇਗਾ। ਮਹਿਮਾ ਨਾਮ ਕਹਾ ਲੋ ਬਰਨੋ। ਹਜੂਰ ਕਹਿ ਰਹੇ ਹਨ ਕਿੱਥੋਂ ਤਿੱਕਰ ਨਾਮ ਦੀ ਮਹਿਮਾ ਕਹਿਣਾ ਕਰੀਏ, ਕਿਉਂਕਿ ਨਾਮ ਦੀ ਮਹਿਮਾ ਵਰਨ ਵਿੱਚ ਨਹੀਂ ਆਉਂਦੀ। ਬੇਅੰਤ 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 ਕੋ ਕਰੰਤ ਪਾਠ ਪੇਖੀਐ। ਰਾਮ ਕਹਿਤ ਬੰਧਨ ਤੇ ਟੂਟਾ। ਜਿਸ ਤਰ੍ਹਾਂ ਰਾਮ ਦਾ ਨਾਮ ਕਹਿਣ ਮਾਤਰ ਸੇ ਹੀ ਭਾਵ ਫੁੱਲ ਹੀ ਖੜਾ ਕੀਤਾ ਸੀ ਹਾਥੀ ਨੇ, ਇਹ ਸਾਰੇ ਬੰਧਨਾਂ ਤੋਂ ਛੁੱਟ ਗਿਆ। ਤੂੰ ਵੀ ਇਹ ਸੰਸਾਰ ਰੂਪੀ ਸਾਰੇ ਬੰਧਨਾਂ ਤੋਂ ਜੰਜਾਲਾਂ ਤੋਂ ਛੁੱਟ ਜਾਵੇਂਗਾ। ਪਰ ਕਿਵੇਂ? ਹਜੂਰ ਕਹਿੰਦੇ ਹਨ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਪੈਣ ਦੀ ਤੂੰ ਵੀ ਵਿਚਾਰ ਕਰਿਆ ਕਰ। ਅਜਾਮਲ ਪਾਪੀ ਜਗ ਜਾਣੇ। ਅਤੇ ਖਾਲਸਾ ਜੀ ਹੁਣ ਇੱਕ ਹੋਰ ਸਾਖੀ ਹਜੂਰ ਦੱਸਦੇ ਹਨ। ਅਜਾਮਲ ਪਾਪੀ ਜਗ ਜਾਣੇ, ਸਾਰਾ ਜਗ ਜਾਣਦਾ ਸੀ। ਜੋ ਅਜਾਮਲ ਸੀ ਉਹ ਪਾਪੀ ਸੀ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਪਤਿਤ ਅਜਾਮਲ ਪਾਪ ਕਰ ਜਾਏ ਕਲਾਵਾਤਨੀ ਦੇ ਰਹਿਆ। ਭਾਵ ਇਹ ਖਾਲਸਾ ਜੀ ਬ੍ਰਾਹਮਣ ਦਾ ਪੁੱਤਰ ਸੀ। ਇਹਦਾ ਜੋ ਪਿਤਾ ਸੀ ਰਾਜ ਦਰਬਾਰ ਦੇ ਵਿੱਚ ਇੱਕ ਵਧੀਆ ਨੌਕਰੀ ਕਰਦਾ ਸੀ ਬ੍ਰਾਹਮਣ। ਅਤੇ ਖਾਲਸਾ ਜੀ ਜਿਸ ਸਮੇਂ ਇਹਦੇ ਗੁਰੂ ਨੇ ਉਪਦੇਸਿਆ ਸੀ ਕਿ ਨਾਰਦ ਦੇਖ, ਉਹ ਭਾਵ ਵਾਹਿਗੁਰੂ, ਅਜਾਮਲ ਦੇਖ, ਜਦੋਂ ਤੂੰ ਆਉਣਾ ਹੁੰਦਾ ਹੈ ਨਗਰ ਦੇ ਤੂੰ ਵਿੱਚੋਂ ਦੀ ਨਹੀਂ ਆਉਣਾ, ਤੂੰ ਬਾਹਰ ਦੀ ਆਉਣਾ ਹੈ। ਕਿਉਂਕਿ ਖਾਲਸਾ ਜੀ ਨਗਰ ਦੇ ਵਿੱਚ ਵੇਸ਼ਵਾਵਾਂ ਦੇ ਕੋਠੇ ਵੀ ਸਨ, ਤਾਂ ਅਜਾਮਲ ਖਾਲਸਾ ਜੀ ਬਾਹਰ ਦੀ ਆਇਆ ਕਰਦਾ ਸੀ, ਉੱਪਰ ਦੀ ਵੜ ਕੇ ਜਿਆਦੇ ਪੈਂਡੇ ਰਾਹੀਂ। ਇੱਕ ਦਿਨ ਮਨ ਵਿੱਚ ਵਿਚਾਰ ਕੀਤੀ ਕੀ ਹੋਣ ਲੱਗਾ ਹੈ, ਮੈਨੂੰ ਗੁਰੂ ਕਿਉਂ ਰੋਕਦੇ ਹਨ ਇਧਰੋਂ ਜਾਣ ਦੇ ਲਈ। ਸਾਧ ਸੰਗਤ ਜੀ ਜਿਸ ਤਰ੍ਹਾਂ ਮਾਤਾ ਜਾਣਦੀ ਹੁੰਦੀ ਹੈ, ਚਮਕਣੀ ਅੱਗ ਦੇਖ ਕੇ ਪੁੱਤਰ ਅੱਗ ਵੱਲ ਭੱਜਦਾ ਹੈ, ਪਰ ਮਾਤਾ ਨੂੰ ਤਾਂ ਪਤਾ ਹੈ ਨਾ ਜੇ ਮੇਰੇ ਪੁੱਤਰ ਨੇ ਇਸ ਅੱਗ ਨੂੰ ਹੱਥ ਲਾਇਆ ਤਾਂ ਇਹਦਾ ਹੱਥ ਸੜ ਜਾਵੇਗਾ। ਇਸੇ ਤਰ੍ਹਾਂ ਖਾਲਸਾ ਜੀ ਰੱਸੀ ਨੂੰ ਦੇਖ ਕੇ ਭਾਵ ਸੱਪ ਦੇ ਭੁਲੇਖੇ ਪੁੱਤਰ ਜੇ ਰੱਸੀ ਸਮਝ ਕੇ ਫੜਨ ਜਾਵੇ,
ਪਰ ਮਾਂ ਨੂੰ ਤਾਂ ਪਤਾ ਹੁੰਦਾ ਹੈ ਨਾ। ਹਜੂਰ ਕਹਿੰਦੇ ਹਨ, ਦੇਖ ਤੇਰੀ ਮਾਤਾ ਦੀ ਨਿਆਈ ਅਸੀਂ ਬੈਠੇ ਹਾਂ। ਹਜੂਰ ਉਪਦੇਸ਼ ਦਿੰਦੇ ਹਨ, ਪਰ ਤੂੰ ਤਾਂ ਵਿਸਾਰ ਹੀ ਛੱਡਦਾ ਹੈ ਕਿ ਸਤ ਸੰਗਤ ਵਿੱਚ ਕਰਦਿਆਂ ਨੂੰ ਵੀ ਤੂੰ ਕਹਿੰਦਾ ਹੈ ਉੱਥੇ ਤਾਂ ਵਿਹਲਿਆਂ ਦਾ ਕੰਮ ਹੈ ਜਾ ਕੇ ਬਹਿਣਾ। ਨਾਮ ਜਪੋ। ਸਾਰੀ ਦੁਨੀਆ ਕਮਲੀ ਤੁਰੀ ਫਿਰਦੀ ਹੈ, ਕੰਮ ਕਰਦੀ ਹੈ। ਜੇ ਇਹ ਵੀ ਨਾਮ ਜਪਣ ਲੱਗ ਜਾਣ, ਸਾਰੀ ਦੁਨੀਆ ਕੋਲ ਪੈਸਾ ਹੀ ਪੈਸਾ ਹੋ ਜਾਵੇ। ਅਤੇ ਖਾਲਸਾ ਜੀ ਹਜੂਰ ਦੇ ਬਚਨ ਨਹੀਂ ਮੰਨਦੇ। ਹਜੂਰ ਕਹਿੰਦੇ ਹਨ, ਤੂੰ ਕਦੇ ਸ਼ਰਨ ਲਈ ਹੀ ਨਹੀਂ, ਕਦੇ ਸ਼ਰਨ ਲੈ ਕੇ ਤਾਂ ਦੇਖ। ਜਿਸ ਤਰ੍ਹਾਂ ਖਾਲਸਾ ਜੀ ਅਜਾਮਲ ਨੇ ਫਿਰ ਕੀ ਕੀਤਾ, ਵਿੱਚੋਂ ਦੀ ਲੰਘ ਕੇ ਗਿਆ ਤਾਂ ਖਾਲਸਾ ਜੀ ਅਜਾਮਲ ਸੀ ਜੋ ਜਵਾਨ ਸੀ, ਤਾਂ ਖਾਲਸਾ ਜੀ ਜਵਾਨੀ ਦੇ ਵਿੱਚ ਜਦੋਂ ਵਿੱਚੋਂ ਦੀ ਲੰਘ ਕੇ ਗਿਆ ਤੇ ਜਦੋਂ ਵੇਸ਼ਵੇ ਦਾ ਕੋਠਾ ਦੇਖਿਆ ਉਸ ਇਸਤਰੀ ਦਾ, ਉਹਦੇ ਤੇ ਮੋਹਿਤ ਹੋ ਗਿਆ। ਪਾਪਾਂ ਦਾ ਇਹਨੇ ਵੀ ਗਲ ਵਿੱਚ ਫਿਰ ਹਾਰ ਪਾ ਲਿਆ। ਸਾਧ ਸੰਗਤ ਜੀ, ਬਾਜਾਂ ਵਾਲੇ ਪਿਤਾ ਜੀ, ਜਿਸ ਤਰ੍ਹਾਂ ਬਾਬਾ ਅਜੀਤ ਸਿੰਘ ਜੀਆਂ ਦੀ ਸਾਖੀ ਆਉਂਦੀ ਹੈ, ਜਦੋਂ ਬ੍ਰਾਹਮਣ ਦੀ ਇਸਤਰੀ ਚੱਕ ਕੇ ਲੈ ਗਿਆ ਸੀ ਜਰਵਾਣਾ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਪਾਸ ਆ ਕੇ ਉਸ ਬ੍ਰਾਹਮਣ ਨੇ ਅਰਦਾਸ ਕੀਤੀ ਸੀ, ਹਜੂਰ ਮੇਰੀ ਇਸਤਰੀ ਚੱਕ ਕੇ ਲੈ ਗਏ ਹਨ। 16 ਸਾਲ ਦੀ ਆਯੂ ਸੀ ਬਾਬਾ ਅਜੀਤ ਸਿੰਘ ਜੀਆਂ ਦੀ। ਡੌਲੇ ਫੜਕੇ ਸਨ। ਦਇਆ ਦੇ ਘਰ ਵਿੱਚ ਆਏ ਬਾਬਾ ਅਜੀਤ ਸਿੰਘ ਜੀ। ਜਿਸ ਸਮੇਂ ਸਾਧ ਸੰਗਤ ਜੀ ਭਾਈ ਦਇਆ ਸਿੰਘ ਜੀ ਕਹਿੰਦੇ ਹਨ, ਹਜੂਰ ਆਪ ਜੀਆਂ ਦੇ ਸਾਹਿਬਜ਼ਾਦੇ ਦੀ ਉਮਰ ਵੀ ਹਜੇ ਛੋਟੀ ਹੈ, ਮੁਖ ਤੇ ਹਜੇ ਦਾੜਾ ਵੀ ਪ੍ਰਕਾਸ਼ ਨਹੀਂ ਹੋਇਆ। ਹਜੂਰ ਅਸੀਂ ਜਾਂਦੇ ਹਾਂ। ਤਾਂ ਉਸ ਸਮੇਂ ਬਾਬਾ ਅਜੀਤ ਸਿੰਘ ਜੀ ਜਰਵਾਣੇ ਤੋਂ ਉਸ ਦੀ ਘਰ ਦੀ ਛਡਵਾ ਕੇ ਲੈ ਕੇ ਆਏ ਸੀ। ਬਾਜਾਂ ਵਾਲੇ ਪਿਤਾ ਜੀਆਂ ਨੇ ਬਚਨ ਕੀਤੇ ਸੀ, ਜਦੋਂ ਮੇਰੇ ਖਾਲਸੇ ਤੇ ਜਵਾਨੀ ਆਇਆ ਕਰੇਗੀ, ਉਹ ਰਾਖਸ਼ ਨਹੀਂ ਰਖਸ਼ਿਸ਼ ਬਣਿਆ ਕਰਨਗੇ, ਉਹ ਜਰਵਾਣੇ ਨਹੀਂ ਜੁਰਤ ਵਾਲੇ ਬਣਿਆ ਕਰਨਗੇ। ਸਾਧ ਸੰਗਤ ਜੀ, ਜਵਾਨੀਆਂ ਜੋ ਗੁਰੂ ਦੇ ਪ੍ਰੇਮ ਵਾਲੇ ਗੁਰਸਿੱਖ ਹੁੰਦੇ ਹਨ, ਸਾਂਭ ਕੇ ਰੱਖਦੇ ਹਨ, ਵਿਸ਼ਿਆਂ ਵਿੱਚ ਨਹੀਂ ਲਾਉਂਦੇ। ਕਹਿੰਦੇ ਹਨ, ਜੇ ਭਜਨ ਕਰਨ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਜਵਾਨੀ ਦਿੱਤੀ ਹੈ, ਅਤੇ ਖਾਲਸਾ ਜੀ ਇਸ ਦਾ ਕੀ ਮਾਣ ਕਰਨਾ, ਇਸ ਵਿੱਚ ਮੇਰਾ ਜ਼ਿਆਦਾ ਚੌਂਕੜਾ ਲੱਗ ਸਕਦਾ ਹੈ, ਤਾਂ ਵਧੇਰੇ ਨਾਮ ਜਪਦੇ ਹਨ। ਅਜਾਮਲ ਪਾਪੀ ਕਹਿੰਦੇ ਹਨ, ਗੁਰ ਤੇ ਬੇਮੁਖ ਹੋਏ ਕੈ ਪਾਪ ਕਮਾਵੈ ਦੁਰਮਤ ਦਹਿਆ। ਗੁਰੂ ਤੋਂ ਬੇਮੁਖ ਹੋ ਕੇ ਫਿਰ ਚੋਰੀ ਰੋਜ਼ ਹੀ ਚਲੇ ਜਾਂਦਾ ਸੀ ਵੇਸ਼ਵਾ ਦੇ ਕੋਠੇ ਤੇ। ਗੁਰੂ ਦਾ ਉਪਦੇਸ਼ ਭੁੱਲ ਕੇ ਆਪਣੇ ਸਾਧ ਸੰਗਤ ਜੀ ਮਨ ਤੇ ਉਪਦੇਸ਼ ਟਿਕਾਈਏ। ਆਪਾਂ ਕਿੱਥੇ ਹਜੂਰ ਦੇ ਬਚਨਾਂ ਤੇ ਪਹਿਰਾ ਦਿੰਦੇ ਹਾਂ। ਅਤੇ ਖਾਲਸਾ ਜੀ ਇਸ ਤਰ੍ਹਾਂ ਅਜਾਮਲ ਨੇ ਪਾਪ ਕਮਾਏ, ਬਿਰਥਾ ਜਨਮ ਗਵਾਇਨ, ਭਵਜਲ ਅੰਦਰ ਫਿਰਦਾ ਵਹਿਆ। ਇਸੇ ਤਰ੍ਹਾਂ ਸਾਧ ਸੰਗਤ ਜੀ ਜਦੋਂ ਵਿਸ਼ੇ ਪ੍ਰਬਲ ਹੁੰਦੇ ਹਨ, ਗੁਰੂ ਕੇ ਗੁਰਸਿੱਖ ਜਵਾਨੀਆਂ ਸਾਂਭ ਕੇ ਰੱਖਦੇ ਹਨ, ਕਿਉਂਕਿ ਸਾਧ ਸੰਗਤ ਜੀ ਜਦੋਂ ਅੱਗੇ ਐਸੀ ਕੋਈ ਸਥਿਤੀ ਬਣੇ, ਹੌਸਲੇ ਪਸਤ ਹੋ ਜਾਇਆ ਕਰਦੇ ਹਨ, ਸਭ ਗਿਆਨ ਰੁੜ ਜਾਂਦਾ ਹੈ। ਹਜੂਰ ਦੇ ਪ੍ਰੇਮ ਵਾਲੇ ਗੁਰਸਿੱਖ ਬਾਜਾਂ ਵਾਲੇ ਪਿਤਾ ਜੀਆਂ ਦਾ ਮਸਤਕ ਦੇ ਵਿੱਚ ਧਿਆਨ ਧਰ ਲੈਂਦੇ ਹਨ। ਦੇਖ ਹਜੂਰ ਦੇਖਦੇ ਹੋਣਗੇ, ਕੀ ਕਹਿੰਦੇ ਹੋਣਗੇ ਤੇਰੇ ਬਾਬਤ। ਸਾਧ ਸੰਗਤ ਜੀ ਫਿਰ ਜਦੋਂ ਅਜਾਮਲ ਨਿਤਾ ਪ੍ਰਤੀ ਭਾਵ ਉਸ ਜੋ ਵੇਸ਼ਵਾ ਸੀ ਉਸ ਦੇ ਦੁਆਰੇ ਤੇ ਜਾਇਆ ਕਰੇ, ਅਤੇ ਸਭ ਉਸ ਦੀ ਵਿਦਿਆ ਰੁੜ ਗਈ। 27 ਸਿਮਰਤੀਆਂ ਇਤਿਆਦਿਕ ਸਭ ਪੜਿਆ ਸੀ ਅਜਾਮਲ। 6 ਪੁੱਤ ਜਾਏ ਵੇਸੁਆ, ਪਾਪਾਂ ਦੇ ਫਲ ਇੱਛਾ ਲਹਿਆ। ਇਸ ਤਰ੍ਹਾਂ ਖਾਲਸਾ ਜੀ ਫਿਰ ਪਾਪੀ ਜਾਣ ਕੇ ਜੋ ਉੱਥੋਂ ਦਾ ਰਾਜਾ ਸੀ, ਉਸਨੇ ਇਸ ਨੂੰ ਭਾਵ ਵੇਸ਼ਵਾ ਦੇ ਨਾਲ ਦੇਸ਼ ਨਿਕਾਲਾ ਦੇ ਦਿੱਤਾ, ਕਿਉਂਕਿ ਐਡਾ ਬ੍ਰਾਹਮਣ ਤੇ ਐਸੇ ਨੀਚ ਕੰਮ। ਤੇ ਇਸੇ ਤਰ੍ਹਾਂ ਜਿਸ ਸਮੇਂ ਦੇਸ਼ ਨਿਕਾਲਾ ਦਿੱਤਾ, 6 ਪੁੱਤਰ ਇਸ ਦੇ ਘਰ ਜਨਮ ਹੋਏ। ਜਿਸ ਤਰ੍ਹਾਂ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਗਲ ਦੇ ਵਿੱਚ ਭਾਵ ਇਹਨੇ ਪਾਪ ਹੀ ਜਿਹੜੇ ਕੀਤੇ ਸੀ, ਸਾਰੇ ਪੁੱਤਰ ਹੀ ਸ਼ਿਕਾਰੀ ਤੇ ਜੁਆਰੀ ਨਿਕਲੇ। ਪੁੱਤ ਉਪੰਨਾ 7ਵਾਂ, ਨਾਉ ਧਰਨ ਨੂੰ ਚਿੱਤ ਉਮਹਿਆ। ਜਿਸ ਸਮੇਂ ਖਾਲਸਾ ਜੀ 7ਵੇਂ ਪੁੱਤਰ ਦਾ ਹਜੇ ਜਨਮ ਹੋਇਆ ਸੀ, ਤਾਂ ਇੱਕ ਦਿਨ ਖਾਲਸਾ ਜੀ ਅਜਾਮਲ ਜੰਗਲ ਦੇ ਵਿੱਚ ਫਿਰ ਸ਼ਿਕਾਰ ਕਰ ਕੇ ਖਾਂਦਾ ਸੀ ਚਿੜੀਆਂ ਆਦਿਕ ਦੇ। ਜਿਸ ਸਮੇਂ ਇੱਕ ਦਿਨ ਮਹਾਂਪੁਰਸ਼ ਘਰ ਦੇ ਵਿੱਚ ਆਉਂਦੇ ਹਨ, ਇਸ ਦੀ ਘਰ ਦੀ ਦੇ ਭਾਗ ਜਾਂਦੇ ਹਨ, ਦੇਖ ਕੇ ਠੰਡ ਪੈ ਜਾਂਦੀ ਹੈ, ਚਰਨਾਂ ਤੇ ਢਹਿ ਪੈਂਦੀ ਹੈ। ਉਸ ਸਮੇਂ ਅਜਾਮਲ ਜਦੋਂ ਜੰਗਲਾਂ ਦੇ ਵਿੱਚੋਂ ਭਾਵ ਕੁਛ ਲੈ ਕੇ ਆਉਂਦਾ ਹੈ ਸ਼ਿਕਾਰ ਖੇਡ ਕੇ, ਅੱਗੋਂ ਰੋਕ ਕੇ ਕਹਿੰਦੀ ਹੈ, ਕੁਝ ਦਾਲਾਂ ਜਾਂ ਛੋਲੇ ਲੈ ਆ, ਅੱਜ ਮਹਾਂਪੁਰਸ਼ ਆਏ ਹਨ, ਅੱਜ ਮਾਸ ਨਹੀਂ ਭੁੰਨਣਾ। ਜਿਸ ਸਮੇਂ ਇਸ ਦੀ ਘਰ ਦੀ ਭਾਵ ਉਸ ਮਹਾਂਪੁਰਸ਼ ਦੀ ਸੇਵਾ ਕਰਦੇ ਹਨ, ਜਿਸ ਸਮੇਂ ਮਹਾਂਪੁਰਸ਼ ਨੂੰ ਪਤਾ ਲੱਗਦਾ ਹੈ, ਤਾਂ ਖਾਲਸਾ ਜੀ ਚਰਨਾਂ ਦੇ ਵਿੱਚ ਅਰਦਾਸ ਕਰਦਾ ਹੈ ਅਜਾਮਲ ਕਿ ਇੰਨਾ ਮੈਂ ਵੇਦ ਸ਼ਾਸਤਰ ਪੜ੍ਹਿਆ ਸਾਂ, ਪਰ ਗੁਰੂ ਦੇ ਬਚਨ ਨਹੀਂ ਮੰਨੇ, ਇਸ ਕਰਕੇ ਇੰਨੀ ਮਾਰ ਸਹਿਣੀ ਪਈ। ਤਾਂ ਅਜਾਮਲ ਗੁਰੂ ਦੁਆਰੇ ਜਾਇ ਕੇ ਗੁਰਮੁਖ ਨਾਉ ਨਾਰਾਇਣ ਕਹਿਆ। ਤਾਂ ਗੁਰੂ ਨੇ ਫਿਰ ਦੱਸਿਆ ਕਿ ਇਸ ਦਾ ਨਾਮ ਤੂੰ ਨਾਰਾਇਣ ਰੱਖ, ਕਿਉਂਕਿ ਖਾਲਸਾ ਜੀ ਸਾਧੂ ਮਹਾਂਪੁਰਸ਼ ਸੰਸਾਰ ਤੇ ਭਲਾ ਕਰਨ ਵਾਸਤੇ ਆਏ ਹੁੰਦੇ ਹਨ। ਅੰਤ ਕਾਲ ਜਮਦੂਤ ਵੇਖ ਪੁੱਤ ਨਾਰਾਇਣ ਬੋਲੇ ਛਹਿਆ।
ਭਾਵ ਜਿਸ ਸਮੇਂ ਅਖੀਰਲਾ ਸਮਾਂ ਆਉਂਦਾ ਹੈ ਨਾਰਾਇਣ ਦਾ ਭਾਵ ਜਦੋਂ ਇਸ ਅਜਾਮਲ ਦਾ, ਤਾਂ ਖਾਲਸਾ ਜੀ ਮਨ ਦੇ ਵਿੱਚ ਕੀ ਕਹਿੰਦਾ ਹੈ? ਆਪਣੇ ਪੁੱਤਰ ਨੂੰ ਯਾਦ ਕਰਦਾ ਹੈ, ਕਿਉਂਕਿ ਛੋਟਾ ਪੁੱਤਰ ਸਭ ਤੋਂ ਜ਼ਿਆਦਾ ਇਹਨੂੰ ਪਿਆਰਾ ਸੀ। ਨਾਰਾਇਣ ਨਾਰਾਇਣ ਆਵਾਜ਼ਾਂ ਮਾਰਦਾ ਹੈ। ਜਦੋਂ ਜਮਦੂਤ ਲਾਗੇ ਆਉਂਦੇ ਸੀ, ਉਹ ਕੀ ਦੇਖਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਰਿਹਾ ਹੈ। ਜਮਾਂ ਨੂੰ ਅੱਗ ਲੱਗਦੀ ਸੀ ਜਦੋਂ ਇਹਨੂੰ ਆਪਣਾ ਜਮਦੂਤ ਦੇਖਦੇ ਸੀ। ਇਹ ਆਪਣੇ ਪੁੱਤਰ ਨੂੰ ਆਵਾਜ਼ਾਂ ਮਾਰਦਾ ਸੀ, ਪਰ ਜਮਾਂ ਨੂੰ ਅੱਗ ਲੱਗਦੀ ਸੀ, ਉਹ ਭੱਜ ਜਾਂਦੇ ਹਨ। ਤਾਂ ਇਸੇ ਤਰ੍ਹਾਂ ਇਹਨੂੰ ਦੇਖ ਕੇ ਸਭ ਯਾਦ ਆ ਜਾਂਦਾ ਹੈ। ਸੁਰਤ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜੁੜਦੀ ਹੈ। ਫਿਰ ਨਾਰਾਇਣ ਸੋਚਦੇ ਹਨ, ਇਹ ਹੁਣ ਪੁੱਤਰ ਨੂੰ ਨਹੀਂ, ਇਹ ਹੁਣ ਸਾਨੂੰ ਯਾਦ ਕਰਦਾ ਹੈ। ਹਜੂਰ ਕਹਿੰਦੇ ਹਨ, ਜਮਗਣ ਮਾਰੇ ਹਰ ਜਣਾ, ਗਿਆ ਸੁਰਗ ਜਮ ਡੰਡ ਨਾ ਸਹਿਆ। ਇਸੇ ਤਰ੍ਹਾਂ ਫਿਰ ਉਹ ਜਮਦੂਤ ਸੀ, ਉਹ ਜੋ ਖਾਲਸਾ ਜੀ ਫਿਰ ਜੋ ਹਰ ਜਣਾ ਨੇ ਮਾਰ ਕੇ ਇਸ ਨੂੰ ਸਵਰਗਾਂ ਵਿੱਚ ਲੈ ਜਾਂਦੇ ਹਨ। ਨਾਏ ਲਏ ਦੁੱਖ ਡੇਰਾ ਢਹਿਆ, ਕਿ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣ ਮਾਤਰ ਸੇ ਹੀ ਦੁੱਖਾਂ ਦਾ ਡੇਰਾ ਢਹਿ ਜਾਂਦਾ ਹੈ। ਜਿਸ ਤਰ੍ਹਾਂ ਹਜੂਰ ਫਰਮਾ ਰਹੇ ਹਨ, ਅਜਾਮਲ ਅਜਾਮਲ ਪਾਪੀ ਜਗ ਜਾਣੇ। ਦੇਖ ਜਗ ਜਾਣਦਾ ਸੀ, ਕਿੱਡਾ ਪਾਪੀ ਸੀ ਅਜਾਮਲ। ਸਾਰਾ ਜਗ ਐ ਕਿਹਾ ਕਰਦਾ ਸੀ ਕਿ ਇਹ ਪਾਪੀ ਅਜਾਮਲ ਹੈ, ਜਗ ਦੇ ਵਿੱਚ ਜੋ ਬਿਦਤ ਹੀ ਸੀ। ਨਿਮਖ ਮਾਹੇ ਨਿਸਤਾਰਾ, ਪਰ ਦੇਖ ਨਿਮਖ ਮਾਤਰ ਕਿ ਇੱਕ ਵਾਰੀ ਐਂਡ ਤੇ ਫਿਰ ਨਾਰਾਇਣ ਨਾਰਾਇਣ ਕਰਦੇ ਸੁਰਤਾ ਜੁੜ ਗਿਆ। ਹਜੂਰ ਕਹਿੰਦੇ ਹਨ, ਦੇਖ ਨਿਮਖ ਮਾਤਰ ਸੇ ਹੀ ਉਸ ਦਾ ਉਧਾਰ ਜੇ ਹੋ ਸਕਦਾ ਹੈ। ਨਾਨਕ ਕਹਿਤ ਚੇਤ ਚਿੰਤਾ ਮਨ। ਹਜੂਰ ਕਹਿੰਦੇ ਹਨ, ਨਾਨਕ ਕਹਿਤ ਚੇਤ ਚਿੰਤਾ ਮਨ। ਕਹਿੰਦੇ ਹਨ, ਜੋ ਚਿੰਤਾ ਮਨ, ਜਿੰਨੀਆਂ ਵੀ ਤੂੰ ਮਨ ਦੇ ਵਿੱਚ ਚਿਤਵਣੀਆਂ ਕਰਦਾ ਹੈ, ਉਹਨਾਂ ਦੀ ਜੋ ਮਣੀ ਹੈ, ਜੋ ਸਭ ਕੁਝ ਪੂਰਾ ਕਰ ਦੇਣ ਵਾਲਾ ਹੈ ਅਕਾਲ ਪੁਰਖ ਵਾਹਿਗੁਰੂ, ਤੂੰ ਉਹਨੂੰ ਕਿਉਂ ਨਹੀਂ ਚੇਤੇ ਕਰਦਾ? ਤੈ ਪੀ ਉਤਰਹਿ ਪਾਰਾ, ਤੇ ਤੇਰਾ ਵੀ ਜਿਸ ਕਰਕੇ ਉਧਾਰ ਹੋ ਜਾਵੇ। ਹਜੂਰ ਕਹਿੰਦੇ ਹਨ, ਦੇਖ ਤੂੰ ਅਕਾਲ ਪੁਰਖ ਵਾਹਿਗੁਰੂ ਨੂੰ ਚੇਤਾ ਕਰਿਆ ਕਰ, ਜਿਸ ਕਰਕੇ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਤੇਰਾ ਵੀ ਪਾਰ ਉਤਾਰਾ ਹੋ ਜਾਵੇ। ਸਾਧ ਸੰਗਤ ਜੀ, ਹਜੂਰ ਜਿਸ ਤਰ੍ਹਾਂ ਗਣਕਾ ਦਾ ਜ਼ਿਕਰ ਕੀਤਾ ਹੈ, ਅਜਾਮਲ ਦਾ ਜ਼ਿਕਰ ਕੀਤਾ ਹੈ ਹਜੂਰ ਨੇ, ਇਸੇ ਤਰ੍ਹਾਂ ਹਜੂਰ ਨੇ ਖਾਲਸਾ ਜੀ ਧਰੂ ਜੀ ਦਾ ਜ਼ਿਕਰ ਕੀਤਾ ਹੈ ਕਿ ਥੋੜਾ ਮਾਤਰ ਨਿਮਖ ਮਾਤਰ ਹੀ ਜਪ ਲਿਆ ਕਰ। ਜੇ ਤੂੰ ਬਾਹਲਾ ਹੀ ਭਾਵ ਤੂੰ ਕਹਿੰਦਾ ਹੈ ਮੇਰੇ ਕੋਲ ਸਮਾਂ ਨਹੀਂ ਹੁੰਦਾ, ਹਜੂਰ ਨੇ ਖਾਲਸਾ ਜੀ ਜਿਸ ਤਰ੍ਹਾਂ ਦੱਸਿਆ ਹੈ, ਜ਼ਿਕਰ ਆਉਂਦਾ ਹੈ ਰੁਸਤਮ ਭਾਵ ਵਾਹਿਗੁਰੂ ਟਿੱਡੀ ਮੱਲ ਤੇ ਭਾਵ ਦੋ ਹਜੂਰ ਦੇ ਗੁਰਸਿੱਖ ਹੋਏ ਹਨ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਪ੍ਰਿਥੀ ਮੱਲ ਸਹਿਗਲ ਤੇ ਰਾਮਾ ਟਿੱਡੀ, ਇਹ ਦੋ ਗੁਰਸਿੱਖਾਂ ਦੇ ਨਾਮ ਆਉਂਦੇ ਹਨ। ਜਿਸ ਸਮੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਚਰਨ ਸ਼ਰਨ ਵਿੱਚ ਜਾਂਦੇ ਹਨ, ਅਰਦਾਸ ਕਰਦੇ ਹਨ, ਹਜੂਰ ਇਸ ਸੰਸਾਰ ਤੋਂ ਕਿਸ ਤਰ੍ਹਾਂ ਪਾਰ ਉਤਾਰਾ ਹੋ ਸਕਦਾ ਹੈ, ਸਾਨੂੰ ਕੁਝ ਦੱਸੋ। ਤਾਂ ਹਜੂਰ ਨੇ ਕਿਹਾ ਸੀ, 2 ਵਕਤ ਸਤ ਸੰਗਤ ਕਰਿਆ ਕਰ, ਸੰਸਾਰ ਤੋਂ ਪਾਰ ਹੋ ਜਾਵੇਗਾ। ਹੈਰਾਨ ਰਹਿ ਜਾਂਦੇ ਹਨ, ਕਹਿੰਦੇ ਹਨ, ਹਜੂਰ ਸਾਨੂੰ ਲੱਗਾ ਸੀ ਤੁਸੀਂ ਆਖੋਗੇ ਬਰਫੀਲੀਆਂ ਪਹਾੜੀਆਂ ਤੇ ਜਾ ਕੇ ਤਪ ਕਰੋ, ਪੁੱਠੇ ਲਮਕਣਾ ਪਵੇਗਾ, ਇਸ ਤਰ੍ਹਾਂ ਕਰਨਾ ਪਵੇਗਾ, ਯੋਗ ਸਾਧਨੇ ਪੈਣਗੇ। ਤੁਸੀਂ ਤਾਂ ਕਿਹਾ ਸਤ ਸੰਗਤ ਕਰਿਓ। ਯਕੀਨ ਨਹੀਂ ਹੁੰਦਾ ਹਜੂਰ, ਇੰਨੇ ਕੁ ਸਾਧਨ ਕਰਨ ਨਾਲ ਕਿੱਦਾਂ ਪਾਰ ਉਤਾਰਾ ਹੋ ਸਕਦਾ ਹੈ? ਤਾਂ ਹਜੂਰ ਨੇ ਖਾਲਸਾ ਜੀ ਫਿਰ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਜਨਮ ਸਾਖੀ ਦੇ ਵਿੱਚ ਕਿ ਹਜੂਰ ਨੇ ਆਖਿਆ ਸੀ, ਦੇਖੋ ਜਿਸ ਤਰ੍ਹਾਂ ਲੱਕੜਹਾਰਾ ਹੁੰਦਾ ਹੈ, ਸਾਰਾ ਦਿਨ ਲੱਕੜ ਢੋਂਦਾ ਹੈ, ਕੱਟਦਾ ਹੈ, ਵੱਢਦਾ ਹੈ, ਇੰਨੀ ਮਿਹਨਤ ਕਰਦਾ ਹੈ, ਪਰ ਜੋ ਉਸ ਨੂੰ ਐਂਡ ਤੇ ਮੁਨਾਫਾ ਹੁੰਦਾ ਹੈ ਉਹ ਥੋੜਾ ਹੀ ਮਿਲਿਆ ਕਰਦਾ ਹੈ। ਇਸੇ ਤਰ੍ਹਾਂ ਫਿਰ ਜਿੱਦਾਂ ਵਪਾਰੀ ਹੁੰਦੇ ਹਨ, ਉਹ ਵਪਾਰ ਤਾਂ ਕਰਦੇ ਹਨ, ਮਿਹਨਤ ਲੱਕੜਹਾਰੇ ਨਾਲੋਂ ਘੱਟ ਹੁੰਦੀ ਹੈ, ਪਰ ਨਫਾ ਉਹਨਾਂ ਨੂੰ ਅੱਗੇ ਜ਼ਿਆਦਾ ਹੁੰਦਾ ਹੈ। ਇਸੇ ਤਰ੍ਹਾਂ ਹਜੂਰ ਕਹਿੰਦੇ ਹਨ, ਜੋ ਸੋਨੇ ਦਾ ਵਪਾਰੀ ਹੈ ਉਹਦੀ ਮਿਹਨਤ ਹੋਰ ਘਟ ਜਾਂਦੀ ਹੈ, ਨਫਾ ਉਸ ਤੋਂ ਜ਼ਿਆਦਾ ਹੁੰਦਾ ਹੈ। ਫਿਰ ਕਹਿੰਦੇ ਹਨ ਹਜੂਰ, ਇੱਕ ਹੀਰਿਆਂ ਦੇ ਵਪਾਰੀ ਹੋਇਆ ਕਰਦੇ ਹਨ, ਸਾਲ ਦੇ ਵਿੱਚ ਇੱਕ ਹੀ ਹੀਰਾ ਵਿਕ ਜਾਵੇ, ਕੋਈ ਉਹਦੇ ਤੇ ਮਿਹਨਤ ਨਹੀਂ, ਨਫਾ ਹੀ ਨਫਾ ਹੈ। ਹਜੂਰ ਕਹਿੰਦੇ ਹਨ, ਦੇਖੋ ਪੁਰਾਣੇ ਸਾਧਨ ਸਨ, ਕਲਯੁਗ ਦੇ ਵਿੱਚ ਇੱਕ ਨਾਮ ਦਾ ਹੀ ਆਸਰਾ ਹੈ, ਤੂੰ ਸਤ ਸੰਗਤ ਕਰਿਆ ਕਰ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਜਿਸ ਤਰ੍ਹਾਂ ਹਜੂਰ ਪਹਿਲੀ ਪੰਕਤੀ ਵਿੱਚ ਕਹਿ ਰਹੇ ਸਨ, ਹੇ ਮੇਰੇ ਮਨਾ ਤੂੰ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆਇਆ ਕਰ, ਦੇਖ ਤੇਰਾ ਵੀ ਪਾਰ ਉਤਾਰਾ ਹੋ ਜਾਵੇਗਾ। ਨਾਨਕ ਕਹਿਤ ਚੇਤ ਚਿੰਤਾ ਮਨ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਵੀ ਫਰਮਾਉਂਦੇ ਹਨ, ਦੇਖ ਤੂੰ ਚੇਤੇ ਕਰਿਆ ਕਰ, ਅਕਾਲ ਪੁਰਖ ਵਾਹਿਗੁਰੂ ਨੂੰ ਕਿਉਂ ਨਹੀਂ ਚੇਤੇ ਕਰਦਾ? ਤੈ ਪੀ ਉਤਰਹਿ ਪਾਰਾ। ਹਜੂਰ ਸਾਡਾ ਵੀ ਪਾਰ ਉਤਾਰਾ ਹੋ ਸਕਦਾ ਹੈ।
ਹਜੂਰ ਕਹਿੰਦੇ ਹਨ, ਜੇ ਉਪਮਾ ਸ਼੍ਰੀ ਨਾਥ ਕੀ ਗਾਏ ਹੈ, ਤੇ ਭਵ ਫਾਸ ਨਾ ਫੇਰ ਪਰੈਂਗੇ। ਪੂਜਬੇ ਜੋਗ ਨਾ ਔਰ ਹੈ ਦੂਸਰ, ਏਕ ਗੋਪਾਲ ਗੋਪਾਲ ਕਰੈਂਗੇ। ਯਹ ਲੋਕ ਸੁਖੀ ਪਰਲੋਕ ਖਲਾਸ, ਅਕਾਲ 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 ਕਰੈਂਗੇ। ਹਜੂਰ ਕਹਿੰਦੇ ਹਨ, ਤੂੰ ਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਕਰ, ਇੱਥੇ ਵੀ ਤੈਨੂੰ ਸੁੱਖ ਮਿਲੇਗਾ ਤੇ ਪਰਲੋਕ ਵਿੱਚ ਵੀ ਨਾਮ ਤੈਨੂੰ ਛਡਾ ਲਵੇਗਾ। ਹਜੂਰ ਕਹਿੰਦੇ ਹਨ, ਤੂੰ ਸ਼ਰਨ ਵਿੱਚ ਹੀ ਨਹੀਂ ਆਉਂਦਾ। ਆਓ ਸਾਧ ਸੰਗਤ ਜੀ, ਜਿਸ ਤਰ੍ਹਾਂ ਹਜੂਰ ਨੇ ਮਹਾਨ ਗੁਰਬਾਣੀ ਦਾ ਸਾਨੂੰ ਅੱਜ ਉਪਦੇਸ਼ ਬਖਸ਼ਿਆ ਹੈ ਕਿ ਸ਼ਰਨ ਪੈਣ ਦੇ ਵਿੱਚ ਕੀ ਵਡਿਆਈ ਹੈ, ਭਾਵ ਕਿ ਹਜੂਰ ਸ਼ਰਨ ਪੈਣ ਵਾਲਿਆਂ ਦੀ ਆਪ ਲਾਜ ਰੱਖਦੇ ਹਨ। ਹਜੂਰ ਦੇ ਚਰਨਾਂ ਵਿੱਚ ਅਰਦਾਸ ਕਰੀਏ, ਲਾਜ ਰੱਖੋ ਨਿਜ ਨਾਮੇ ਕੀ, ਸਿੱਖ ਜਗ ਮੇ ਮੈਂ ਤੁਮਰੋ ਕਹਿਲਾਵਤ। ਤੁਮ ਬਖਸ਼ੰਦ ਸਦਾ ਸੁਖਦਾਇਕ, ਮੋਹੇ ਮਨ ਨਹਿ ਵਿਸ਼ੈ ਛੁਟਕਾਵਤ। ਹਜੂਰ ਆਪਣੇ ਨਾਮ ਦੀ ਆਪੇ ਹੀ ਲਾਜ ਰੱਖੋ, ਕਿਉਂਕਿ ਹਜੂਰ ਕਹਿਣ ਨੂੰ ਤਾਂ ਮੈਂ ਨਾਮ ਪਿੱਛੇ ਸਿੰਘ ਵੀ ਲਾਉਣਾ ਹਾਂ, ਪਰ ਹਜੂਰ ਆਪ ਜੀਆਂ ਦਾ ਉਪਦੇਸ਼ ਨਹੀਂ ਕਮਾਉਂਦਾ। ਮਹਾਰਾਜ ਜੀ, ਬਾਹਰੋਂ ਸੋਹਣਾ ਭੇਸ ਵੀ ਬਣਾ ਲੈਂਦਾ ਹਾਂ। ਦੁਨੀਆ ਦੇ ਲੋਕ ਕਹਿੰਦੇ ਹਨ ਇਹ ਗੁਰੂ ਕਾ ਸਿੰਘ ਹੈ, ਪਰ ਹਜੂਰ ਮੈਂ ਆਪ ਜੀਆਂ ਦਾ ਸਿੰਘ ਨਹੀਂ ਹੈਗਾ। ਆਪਣੇ ਨਾਮ ਦੀ ਹਜੂਰ ਆਪ ਹੀ ਲਾਜ ਰੱਖੋ। ਤੁਮ ਬਖਸ਼ੰਦ ਸਦਾ ਸੁਖਦਾਇਕ, ਮੋਹੇ ਮਨ ਨਾਹੇ ਬਿਖੈ ਛੜਕਾਵਤ। ਹਜੂਰ ਤੁਸੀਂ ਤਾਂ ਬਖਸ਼ੰਦ ਹੋ, ਤੁਹਾਡਾ ਤਾਂ ਬਿਰਧ ਭਾਵ ਸੁਭਾਅ ਹੀ ਇਹ ਕਿਹਾ ਜਾਂਦਾ ਹੈ, ਜੋ ਸ਼ਰਨ ਆਵੈ ਤਿਸ ਕੰਠ ਲਗਾਵੈ, ਇਹੋ ਬਿਰਧ ਸੁਆਮੀ ਸੰਦਾ। ਹਜੂਰ ਮੇਰੇ ਮਨ ਤੋਂ ਹਜੂਰ ਵਿਸ਼ੇ ਨਹੀਂ ਛੁੱਟਦੇ। ਹਜੂਰ ਕਹਿੰਦੇ ਹਨ, ਸ਼ਰਨ ਵਿੱਚ ਪਿਆ ਕਰ। ਜਿਸ ਤਰ੍ਹਾਂ ਖਾਲਸਾ ਜੀ ਕੜਾਹ ਪ੍ਰਸ਼ਾਦ ਦਾ ਬੜਾ ਸੁੰਦਰ ਗੁਰਸਿੱਖ ਪ੍ਰਮਾਣ ਦਿੰਦੇ ਹੁੰਦੇ ਹਨ ਕਿ ਜੋ ਅਕਾਲ ਪੁਰਖ ਵਾਹਿਗੁਰੂ ਕਈ ਕਹਿੰਦੇ ਹਨ, ਜਿਸ ਤਰ੍ਹਾਂ ਪ੍ਰਵਾਨ ਹੋ ਜਾਂਦਾ ਹੈ ਕੜਾਹ ਪ੍ਰਸ਼ਾਦ ਦੇ ਹਜੂਰ ਦੇ ਦਰ ਤੇ। ਜਿਸ ਸਮੇਂ ਕਹਿੰਦੇ ਹਨ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੂੰ ਸੰਗਤਾਂ ਪੁੱਛਦੀਆਂ ਹਨ, ਮਹਾਰਾਜ ਜੀ ਫਲ ਫਰੂਟ ਹਨ, ਫੁੱਲੜੀਆਂ ਹਨ, ਇਹ ਕੜਾਹ ਪ੍ਰਸ਼ਾਦ ਹੀ ਕਿਉਂ ਆਪ ਜੀਆਂ ਦੇ ਦਰ ਤੇ ਪ੍ਰਵਾਨ ਹੁੰਦਾ ਹੈ, ਹੋਰ ਚੀਜ਼ ਕਿਉਂ ਨਹੀਂ? ਤਾਂ ਉਸ ਸਮੇਂ ਹਜੂਰ ਕਹਿੰਦੇ ਹਨ, ਕੜਾਹ ਪ੍ਰਸ਼ਾਦ ਦੇ ਵਿੱਚ ਜਿਹੜੀਆਂ 3 ਵਸਤੂਆਂ ਪੈਂਦੀਆਂ ਹਨ, ਆਟਾ, ਖੰਡ ਤੇ ਘਿਓ, ਇਹ ਤਿੰਨੇ ਆਪਣੀ ਭਾਵ ਜੋ ਪਹਿਲਾ ਰੂਪ ਸੀ ਉਸ ਨੂੰ ਬਦਲ ਕੇ ਆਇਆ ਹੁੰਦੀਆਂ ਹਨ, ਆਪਾ ਭਾਵ ਮਾਰ ਕੇ ਆਉਂਦੀਆਂ ਹਨ। ਹਜੂਰ ਉਹ ਕਿਵੇਂ? ਜਿਸ ਤਰ੍ਹਾਂ ਖਾਲਸਾ ਜੀ ਪਹਿਲਾਂ ਕਣਕ ਹੁੰਦੇ ਹਨ, ਕਣਕ ਆਪਣੇ ਆਪ ਨੂੰ ਪੀਸ ਪੀਸ ਕੇ ਪਹਿਲਾ ਰੂਪ ਬਦਲ ਕੇ ਫਿਰ ਆਟਾ ਬਣਦੀ ਹੈ। ਇਸੇ ਤਰ੍ਹਾਂ ਖਾਲਸਾ ਜੀ ਜੋ ਖੰਡ ਹੁੰਦੀ ਹੈ, ਭਾਵ ਜਾਂ ਗੁੜ ਆਦਿਕ ਕਹਿ ਦਈਏ, ਪਹਿਲਾਂ ਜਿਸ ਤਰ੍ਹਾਂ ਖੇਤਾਂ ਦੇ ਵਿੱਚੋਂ ਗੰਨਿਆਂ ਨੂੰ ਵੱਢਿਆ ਜਾਂਦਾ ਹੈ, ਛਿੱਲਿਆ ਜਾਂਦਾ ਹੈ, ਫਿਰ ਉਹਦਾ ਜੂਸ ਕੱਢ ਦਿੰਦੇ ਹਨ ਵਿੱਚ ਪਾ ਕੇ ਉਹਦੇ ਮਸ਼ੀਨਾਂ ਦੇ। ਇਸੇ ਤਰ੍ਹਾਂ ਹਜੂਰ ਵੀ ਕਈ ਵਾਰਾਂ ਪਰਖ ਲਾ ਦਿੰਦੇ ਹਨ ਗੁਰਸਿੱਖਾਂ ਤੇ। ਹਜੂਰ ਖਾਲਸਾ ਜੀ ਗੁਰਸਿੱਖ ਦਾ ਵੀ ਜਿਸ ਤਰ੍ਹਾਂ ਜੂਸ ਕੱਢਣ ਮਾਤਰ ਸੇ ਹੀ, ਭਾਵ ਫਿਰ ਉਹਨੂੰ ਕਈ ਵਾਰ ਪੁਣਦੇ ਹਨ, ਫਿਰ ਜਾ ਕੇ ਕਿਤੇ ਖੰਡ ਤੇ ਗੁੜ ਆਦਿਕ ਬਣਦੇ ਹਨ। ਇਸੇ ਤਰ੍ਹਾਂ ਗੁਰਸਿੱਖ ਗੁੜ ਵਾਂਗੂ ਮਿੱਠਾ ਤਾਂ ਹੀ ਬੋਲਦੇ ਹਨ ਕਿਉਂਕਿ ਗੁਰੂ ਦੀ ਸਿੱਖਿਆ ਨੂੰ ਐ ਗੰਨੇ ਵਾਂਗੂ ਉਹਨਾਂ ਢਾਲਿਆ ਹੁੰਦਾ ਹੈ। ਪਹਿਲਾਂ ਗੰਨਾ ਹੁੰਦਾ ਹੈ, ਰੂਪ ਵਟਾ ਕੇ ਫਿਰ ਖੰਡ ਬਣ ਜਾਂਦਾ ਹੈ। ਇਸੇ ਤਰ੍ਹਾਂ ਜੋ ਦੁੱਧ ਤੋਂ ਜਿਸ ਤਰ੍ਹਾਂ ਖਾਲਸਾ ਜੀ ਵਾਲੇ ਦੇ ਕੇ ਮੱਖਣ ਨਿਕਲਦਾ ਹੈ, ਫਿਰ ਮੱਖਣ ਤੋਂ ਭਾਵ ਜਿਸ ਤਰ੍ਹਾਂ ਮਧਾਣੀ ਚ ਪਾ ਕੇ ਮੱਖਣ ਨਿਕਲਦਾ ਹੈ, ਫਿਰ ਗਰਮ ਕਰਕੇ ਘਿਓ ਬਣਦਾ ਹੈ। ਤਿੰਨੇ ਹੀ ਆਪਣੀਆਂ ਪੁਰਾਣੀਆਂ ਸ਼ਕਲਾਂ ਵਟਾ ਕੇ ਜਿਸ ਤਰ੍ਹਾਂ ਹਜੂਰ ਨੂੰ ਸਮਰਪਣ ਹੋ ਜਾਂਦੇ ਹਨ, ਇਸ ਕਰਕੇ ਕੜਾਹ ਪ੍ਰਸ਼ਾਦ ਹਜੂਰ ਦੇ ਦਰ ਤੇ ਪ੍ਰਵਾਨ ਹੁੰਦਾ ਹੈ। ਆਓ ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਬਾਬਤ ਬਾਜਾਂ ਵਾਲੇ ਪਿਤਾ ਜੀ ਲਿਖਦੇ ਹਨ, ਤੇਗ ਬਹਾਦਰ ਸਿਮਰਿਐ ਘਰ 9 ਨਿਧ ਆਵੈ ਧਾਏ। ਹਜੂਰ ਦਾ ਤਾਂ ਨਾਮ ਲੈਣ ਮਾਤਰ ਸੇ ਹੀ ਘਰ ਦੇ ਵਿੱਚ 18 ਭਾਵ 9 ਨਿਧੀਆਂ 18 ਸਿੱਧੀਆਂ ਧਾ ਕੇ ਵੜ ਜਾਂਦੀਆਂ ਹਨ। ਸਭ ਥਾਈ ਹੋਏ ਸਹਾਈ, ਹਰੇਕ ਜਗ੍ਹਾ ਤੇ ਹਜੂਰ ਸਹਾਈ ਹੁੰਦੇ ਹਨ। ਜੇ ਹਜੂਰ ਦਾ ਬਚਨ ਕਮਾਈਏ ਤਾਂ ਖਾਲਸਾ ਜੀ ਕਹਿਣੇ ਹੀ ਪਰਾਂ ਦੇ ਹਨ। ਆਓ ਮਨ ਚਿਤ ਬਿਰਤੀਆਂ ਕਾਗਰ ਕਰਕੇ ਆਖੋ ਜੀ, ਤੇਗ ਬਹਾਦਰ ਸਿਮਰਿਐ ਗੁਰ ਤੇਗ ਬਹਾਦਰ ਸਿਮਰਿਐ। ਤੇਗ ਬਹਾਦਰ ਸਿਮਰਿਐ ਗੁਰ ਤੇਗ ਬਹਾਦਰ ਸਿਮਰਿਐ। ਗੁਰ ਤੇਗ ਬਹਾਦਰ ਸਿਮਰਿਐ ਗੁਰ ਤੇਗ ਬਹਾਦਰ ਸਿਮਰਿਐ। ਗੁਰ ਤੇਗ ਬਹਾਦਰ ਸਿਮਰਿਐ।
ਗੁਰ ਤੇਗ ਬਹਾਦਰ ਸਿਮਰਿਐ। ਘਰ ਨੌ ਨਿਦ ਆਵੈ ਧਾਏ, ਘਰ ਨੌ ਨਿਦ ਆਵੈ ਧਾਏ। ਘਰ ਨੌ ਨਿਦ ਆਵੈ ਤਾਏ, ਘਰ ਨੌ ਨਿਦ ਆਵੈ ਤਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਤੇਗ ਬਹਾਦਰ ਸਿਮਰਿਐ, ਗੁਰ ਤੇਗ ਬਹਾਦਰ ਸਿਮਰਿਐ। ਗੁਰ ਤੇਗ ਬਹਾਦਰ ਸਿਮਰਿਐ, ਗੁਰ ਤੇਗ ਬਹਾਦਰ ਸਿਮਰਿਐ। ਗੁਰ ਤੇਗ ਬਹਾਦਰ ਸਿਮਰਿਐ, ਗੁਰ ਤੇਗ ਬਹਾਦਰ ਸਿਮਰਿਐ। ਗੁਰ ਤੇਗ ਬਹਾਦਰ ਸਿਮਰਿਐ, ਗੁਰ ਤੇਗ ਬਹਾਦਰ ਸਿਮਰਿਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 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 ਜਿਸ ਤਰ੍ਹਾਂ ਸਾਧ ਸੰਗਤ ਜੀ ਹਜੂਰ ਫਰਮਾਰੇ ਸਨ ਮਨ ਰੇ, ਇਹ ਮਨ ਵਾਲੇ ਉਪਦੇਸ਼ ਹਜੂਰ ਦੇ ਗੁਰਸਿੱਖ ਸਿੱਧਾ ਮਨ ਤੇ ਹੀ ਢਾਲਦੇ ਹਨ। ਸੁਣ ਗੁਰ ਬਚਨ ਮਨ ਤੀਰ ਲਗਈਆ, ਹਜੂਰ ਦੇ ਬਚਨਾਂ ਨੂੰ ਸੁਣਦੇ ਹਨ, ਸਿੱਧਾ ਗ੍ਰਹਿਣ ਕਰਦੇ ਹਨ। ਦੇਖ ਮਣਾ, ਤੂੰ ਕਦੇ ਸ਼ਰਨ ਵਿੱਚ ਹੀ ਨਹੀਂ ਆਇਆ, ਲੰਘਦਾ ਟੱਪਦਾ ਕਦੇ ਦੂਰੋਂ ਹੀ ਕਹਿੰਦਾ ਹੈ ਚਲੋ ਗੁਰੂ ਘਰ ਲਾਗੇ ਹੈ ਮੱਥਾ ਟੇਕ ਜਾਈਏ। ਉਹ ਵੀ ਸਾਧ ਸੰਗਤ ਜੀ ਉਹ ਹਜੂਰ ਕਿਰਪਾ ਕਰਦੇ ਹਨ, ਹਜੂਰ ਬਾਬਤ ਤੁਹਾਡੇ ਸੋਚ ਲੈਂਦੇ ਹਨ ਕਿ ਇਹਨੂੰ ਸ਼ਰਨ ਵਿੱਚ ਲੈ ਕੇ ਆਉਣਾ ਹੈ। ਜੇ ਸਤ ਸੰਗਤ ਵਿੱਚ ਬੈਠਣ ਦਾ ਮੌਕਾ ਮਿਲਦਾ ਹੈ, ਇਹ ਹਜੂਰ ਆਪ ਯਾਦ ਕਰਦੇ ਹਨ, ਗੁਰਸਿੱਖਾ ਤੂੰ ਆ ਤੇ ਜਿੰਦੇ ਬਾਬਤ ਹਜੂਰ ਸੋਚ ਲੈਣ, ਉਹਦਾ ਕਿਉਂ ਨਾ ਭਲਾ ਹੋਵੇਗਾ। ਹਜੂਰ ਕਿਰਪਾ ਕਰਨ, ਹਜੂਰ ਦਾ ਉਪਦੇਸ਼ ਸਾਡੇ ਮਨ ਵਿੱਚ ਵਸੇ, ਹਜੂਰ ਕਿਰਪਾ ਕਰਨ। ਅੱਗੇ ਜਿਸ ਤਰ੍ਹਾਂ ਹਜੂਰ ਦਾ